ਸਗਲ ਵਿਨਾਤੀ ਕਰ ਕਿਰਪਾ ਆਪਣੋ ਕਰ ਲੀਨਾ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਮਨ ਵਸਿਆ ਬਿਨਾਸੀ ਪ੍ਰਭ ਜੀਓ ਸਾਹਿਬ ਦਾਤਾ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਦਾਤਾ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਬਿਗਨ ਨ ਕੋ ਲਾਗੇ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਾਰ ਰਸ ਜਾਗੇ ਕਰ ਸੇਵਾ ਸੇਵਕ ਪ੍ਰਭ ਆਪਨੇ ਕਰ ਸੇਵਾ ਸੇਵਕ ਪ੍ਰਭ ਆਪਨੇ ਜਿਨ ਮਨ ਕੀ ਇੱਛ ਪੁਜਾਈ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਕੈ ਬਲਿਹਾਰੇ ਨਾਨਕ ਦਾਸ ਤਾਕੈ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਜਿਨ ਪੂਰਨ ਪੈਜ ਰਖਾਈ ਜਿਨ ਪੂਰਨ ਪੈਜ ਰਖਾਈ ਜਿਨ ਪੂਰਨ ਪੈਜ ਰਖਾਈ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਤੂੰ ਮੇਰਾ ਸਾਹਿਬ ਦਾਤਾ ਤੂੰ ਮੇਰਾ ਸਾਹਿਬ ਦਾਤਾ ਔਖੀ ਕੜੀ ਨੰਦ ਦੇਖਣ ਦੇ 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 ਆਪਣਾ ਬਿਰਦ ਸੰਭਾਲੇ ਆਪਣਾ ਬਿਰਦ ਸੰਭਾਲੇ अपना बिरद संभाले अपना बिरद संभाले
ਔਖੀ ਘੜੀ ਨਾ ਦੇਖਣ ਦੇ, ਔਖੀ ਘੜੀ ਨਾ ਦੇਖਣ ਦੇ, ਔਖੀ ਘੜੀ ਨਾ ਦੇਖਣ ਦੇ, ਔਖੀ ਘੜੀ ਨਾ ਦੇਖਣ ਦੇ। हाथ दे रखे अपने को, हाथ दे रखे अपने को, सास सास प्रतिपाले, 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 सास सास प्रतिपाले। औखी घड़ी ना देखण दे, औखी घड़ी ना देखण दे, औखी घड़ी ना देखण दे, औखी घड़ी ना देखण दे। प्रभ स्यों लाग रहे हो मेरा चीत, प्रभ स्यों लाग रहे हो मेरा चीत, लाग रहे हो मेरा चीत, लाग रहे हो मेरा चीत। आद अंत प्रभ सदा सहाय, आद अंत प्रभ सदा सहाय। तन हमारा मीत, तन हमारा मीत। मन बिलास पे साहिब के, मन बिलास पे साहिब के, अचरज देख बढ़ाई, अचरज देख हर सिमर सिमर आनंद कर नानक, हर सिमर सिमर आनंद कर नानक। प्रभ पूरन पैज रखाई, 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 प्रभ पूरन पैज रखाई। औखी घड़ी ना देखण दे, औखी घड़ी ना देखण दे, औखी घड़ी ना देखण दे, औखी घड़ी ना देखण दे। अपना बिरद संभाले, अपना बिरद संभाले, अपना बिरद संभाले, अपना बिरद संभाले। औखी घड़ी ना देखण दे, औखी घड़ी ना देखण दे, औखी घड़ी ना देखण दे, औखी घड़ी ना देखण दे। औखी घड़ी ना देखण दे, औखी घड़ी
ਨਿੰਦੇ ਦੇ ਪੌੜੀ ਵੱਡੀਓ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇਕ ਨ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਮਝ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਵਿਦਾਈ ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਪੇ ਬਿਨਵਤਾ ਬਿਨਵਤਾ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੀ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰੇ ਕਰ ਆਨੰਦ ਵਿਦਾਈ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ
ਏਕ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਪੁਨ ਬੰਦੋ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਏਕੋ ਰੂਪ ਸੋ ਦਸਮ ਗੁਰ ਪਾਰ ਬ੍ਰਹਮ ਆਨੰਦ। ਪਦ ਅਰਬਿੰਦ ਮੁਕੰਦ ਬਰ ਬੰਦੋਂ ਦ્વੈ ਕਰ ਬੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਹਾਜ਼ਰਾਂ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। 10 ਗੁਰੂ ਸਾਹਿਬਾਨਾਂ ਦਾ ਜੀਵਨ ਬਿਉਰਾ ਪਿਛਲੇ ਪ੍ਰਸੰਗਾਂ ਵਿੱਚ ਮਹਾਕਵੀ ਜੀ ਨੇ ਵਰਣਨ ਕੀਤਾ ਹੈ। ਦੂਸਰੇ ਗੁਰਦੇਵ ਭਾਈ ਲਹਿਣਾ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਅੰਗਦ ਦੇਵ ਹੋਏ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਅੱਜ ਦੇ ਪ੍ਰਸੰਗ ਵਿੱਚ ਪ੍ਰਾਰੰਭ ਹੋ ਰਹੀ ਹੈ। ਗੁਰੂ ਚਰਨਾਂ ਵਿੱਚ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਆਪਣੀਆਂ ਸੁਰਤੀਆਂ ਬਿਰਤੀਆਂ ਹਾਜ਼ਰ ਕਰੀਏ ਔਰ ਹਾਜ਼ਰ ਹੋਣ ਵਾਸਤੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕੋ ਰੂਪ ਸੋ ਦਸਮ ਗੁਰ ਪਾਰ
ਪਰ ਬ੍ਰਹਮ ਆਨੰਦ। ਦਸਮ ਪਿਤਾ ਗੁਰੂ ਕਲਗੀਧਰ ਜੀ ਦਾ ਮੰਗਲ ਕਰ ਰਹੇ ਨੇ ਮਾਂ ਕਵੀ ਜੀ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਔਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਜੀ ਦੋਵੇਂ ਇੱਕ ਰੂਪ ਹੀ ਨੇ। ਕਲਗੀਧਰ ਵਿੱਚ ਔਰ ਪਾਰ ਬ੍ਰਹਮ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਜਦੋਂ ਮਹਾਰਾਜ ਜੀ ਕਹਿੰਦੇ ਆ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪ੍ਰਚੁਰ ਕਰਬੇ ਕੋਹ ਸਾਜਾ, ਪਿਤਾ ਔਰ ਪੁੱਤ ਦੋਨਾਂ ਵਿੱਚ ਭੇਦ ਨਹੀਂ ਰਹਿ ਜਾਂਦਾ। ਪਿਤਾ ਦੇ ਤਨ ਤੋਂ ਹੀ ਉਤਪਨ ਹੋਏ ਐਸੇ ਸਤਿਗੁਰੂ ਜੋ ਪਰਮ ਆਨੰਦ ਸਵਰੂਪ ਹਨ। ਪਦ ਅਰਬਿੰਦ ਮੁਕੰਦ ਬਰ ਬੰਦੋਂ ਦ્વੈ ਕਰ ਬੰਦ। ਮੈਂ ਸਤਿਗੁਰੂ ਕਲਗੀਧਰ ਜੀ ਦੇ ਸੋਹਣੇ ਚਰਨ ਕਮਲਾਂ ਤੇ ਜੋ ਮੁਕਤੀ ਦੇ ਦਾਤੇ ਹਨ, ਜਿਨ੍ਹਾਂ ਚਰਨਾਂ ਚੋਂ ਮੋਕਸ਼ ਦੀ ਮੁਕਤੀ ਦਾ ਦਾਨ ਪ੍ਰਾਪਤ ਹੁੰਦਾ ਹੈ, ਕਲਗੀਆਂ ਵਾਲੇ ਪਾਤਸ਼ਾਹ ਦੇ ਐਸੇ ਸੁੰਦਰ ਚਰਨ ਕਮਲਾਂ ਦੇ ਉੱਤੇ ਮੈਂ ਸੀਸ ਧਰ ਕੇ ਨਮਸਕਾਰ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਥਾ ਪ੍ਰਾਰੰਭ ਕਰਦਾ ਹਾਂ। ਸਵਈਆ ਸ਼੍ਰੀ ਗੁਰੂ ਨਾਨਕ ਪੂਰਨ ਤੇ। ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਦਿਨ ਗੁਰਤਾ ਗੁਰੇ ਅੰਗਦ ਨੇ ਜਬ ਪਾਈ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦੇ ਦਿੱਤੀ। ਜਦੋਂ ਅਖੀਰਲੀ ਪਰਖ ਹੋਈ, ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਦਿੱਤੀ। ਸਤਿਗੁਰਾਂ ਕੋਲੋਂ ਗੁਰੂ ਅੰਗਦ ਸਾਹਿਬ ਨੇ ਜਦੋਂ ਗੁਰਿਆਈ ਪ੍ਰਾਪਤ ਕਰ ਲਈ, ਧਿਆਨ ਰੇ ਦੇ ਗੁਰ ਮੂਰਤ ਕੋ। ਹਰ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੁੰਦਰ ਮੂਰਤ ਦਾ ਧਿਆਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ। ਠਹਿਰਾਏ ਲਿਓ ਜਬ ਦੀਨ ਬੇਦਾਈ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਗੁਰੂ ਅੰਗਦ ਸਾਹਿਬ ਨੂੰ ਕਿ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ, ਹੁਣ ਗੁਰੂ ਸਾਹਿਬ ਦਾ ਹੁਕਮ ਸੀ, ਗੁਰੂ ਅੰਗਦ ਸਾਹਿਬ ਮੋੜ ਨਹੀਂ ਸਨ ਸਕਦੇ। ਗੁਰੂ ਹੁਕਮ ਦੀ ਪਾਲਣਾ ਕਰਕੇ ਜਦੋਂ ਕਰਤਾਰਪੁਰ ਸਾਹਿਬ ਤੋਂ ਚੱਲੇ, ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੋਹਣੀ ਮੂਰਤ ਦਾ ਧਿਆਨ ਗੁਰੂ ਅੰਗਦ ਸਾਹਿਬ ਨੇ ਧਾਰਨ ਕਰ ਲਿਆ। ਬੇਬਸ ਹੋਇ ਵਿਛਰਿਓ ਗੁਰ ਤੇ। ਮਨ ਨਹੀਂ ਸੀ ਕਰਦਾ ਕਰਤਾਰਪੁਰ ਸਾਹਿਬ ਤੋਂ ਜਾਣ ਨੂੰ, ਸਤਿਗੁਰਾਂ ਤੋਂ ਵਿਛੜਨ ਨੂੰ, ਪਰ ਬੇਵਸ ਹੋ ਕੇ ਗੁਰੂ ਅੰਗਦ ਸਾਹਿਬ ਜੀ ਗਏ। ਅਸ਼ਟਾਂਗ ਕਰੀ ਮੁਖ ਕੋ ਰਾਜ ਲਾਈ। ਗੁਰੂ ਸਾਹਿਬ ਕੋਲੋਂ ਜਾਣ ਤੋਂ ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਅਸ਼ਟਾਂਗ ਬੰਦਨਾ ਕੀਤੀ। ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮਸਤਕ ਤੇ ਲਾਈ। ਨੀਰ ਬਿਲੋਚਨ ਪੂਰ ਬਿਮੋਚਿਤ। ਨੇਤਰਾਂ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਦੇ ਨੀਰ ਵਹਿ ਰਿਹਾ। ਖਾਲਸਾ ਜੀ, ਇਹ ਬਿਰਹਾ ਤੁਰ ਅਵਸਥਾ ਦਾ ਵਰਣਨ ਹੋ ਰਿਹਾ ਹੈ। ਜਿਸ ਬਿਰਹਾ ਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਨਾ, ਬਿਰਹਾ ਤੂੰ ਸੁਲਤਾਨ, ਇਹ ਉਹ ਬਿਰਹਾ ਹੈ ਗੁਰੂ ਅੰਗਦ ਸਾਹਿਬ ਦੇ ਹਿਰਦੇ ਚੁੱਠੀ ਹੋਈ। ਜਾਣ ਤੋਂ ਪਹਿਲਾਂ ਜਦੋਂ ਚੱਲੇ ਨੇ ਤੇ ਨੇਤਰ ਸਜਲ ਹੋ ਗਏ ਨੇ, ਮਨ ਨਹੀਂ ਸੀ ਕਰਦਾ ਜਾਣ ਨੂੰ, ਪਰ ਗੁਰੂ ਨਾਨਕ ਸਾਹਿਬ ਦਾ ਹੁਕਮ ਕਿਵੇਂ ਮੋੜਦੇ, ਆਪਣੇ ਸਾਈਂ ਦੇ ਹੁਕਮ ਦੀ ਅਦੂਲੀ ਕਿਵੇਂ ਕਰਦੇ। ਇਸ ਕਰਕੇ ਨੇਤਰਾਂ ਚੋਂ ਨੀਰ ਵਹਾਉਂਦਿਆਂ ਗੁਰੂ ਅੰਗਦ ਸਾਹਿਬ ਜੀ ਵਾਪਸ ਪਰਤੇ ਹਨ। ਸੋਚਿਤ ਪ੍ਰੇਮ ਮਹਾ ਓਮ ਗਾਈ। ਗੁਰੂ ਨਾਨਕ ਸਾਹਿਬ ਦਾ ਜਦੋਂ ਧਿਆਨ ਆਪਣੇ ਹਿਰਦੇ 'ਚ ਵਸਾਉਂਦੇ, ਮਹਾਰਾਜ ਜੀ ਦੇ ਸਵਰੂਪ ਨੂੰ ਸੋਚਦੇ ਜਾਂ ਚਿਤਵਦੇ, ਤਾਂ ਨੇਤਰ ਇੱਕਦਮ ਜਲ ਨਾਲ ਭਰ ਆਉਂਦੇ ਸਨ। ਉਮਗ ਕੇ ਹਿਰਦਾ ਜਿਹੜਾ ਸੀ ਉਮਕਦਾ ਹੈ। ਜੀਵ ਸ਼ਰੀਰ ਮਨੋਂ ਵਿਛਰਿਓ। ਕਹਿੰਦੇ ਮਾਨੋ ਜਿਵੇਂ ਕਿਸੇ ਸਰੀਰ ਤੋਂ ਜੀਵਾਤਮਾ ਨਹੀਂ ਵਿਛੜਦੀ, ਇਉਂ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਤੋਂ ਵਿਛੜ ਕੇ ਚੱਲੇ ਹਨ। ਬਿਰਹਾ ਕੁਲ ਤੇ ਔਰ ਵਿਆਕੁਲ ਪਾਰੇ। ਸਤਿਗੁਰਾਂ ਦੇ ਬਿਰਹਾ ਵਿੱਚ, ਸਤਿਗੁਰਾਂ ਦੇ ਵਿਛੋੜੇ ਦੀ ਤੜਫ ਵਿੱਚ
ਹਿਰਦਾ ਬਹੁਤ ਜ਼ਿਆਦਾ ਭਾਰੀ ਬੇਬਲ ਤੇ ਵਿਆਕੁਲ ਹੈ। ਬੋਲਬ ਨਾਹੀ ਬਨੇ ਗੁਰ ਅਗਰਜ। ਪਰ ਕੀ ਕਰਨ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੋਲਣਾ ਨਹੀਂ ਬਣ ਆਉਂਦਾ। ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਬੋਲਣਾ ਨਹੀਂ ਬਣ ਆਉਂਦਾ, ਜਾਣ ਨੂੰ ਚਿੱਤ ਨਹੀਂ, ਪਰ ਗੁਰੂ ਬਾਬਾ ਜੀ ਦਾ ਹੁਕਮ ਹੈ ਉਹ ਪਾਲ ਰਹੇ ਹਨ। ਸੰਕਟ ਤੂਸ਼ਨ ਠਾਨ ਸਹਾਰੇ। ਇਸ ਵਿਛੋੜੇ ਦੇ ਡਾਢੇ ਸੰਕਟ ਨੂੰ ਚੁੱਪ ਕਰਕੇ ਆਪਣੇ ਹਿਰਦੇ 'ਚ ਗੁਰੂ ਅੰਗਦ ਸਾਹਿਬ ਜੀ ਨੇ ਬਰਦਾਸ਼ਤ ਕਰ ਲਿਆ ਹੈ। ਆਇਸ ਮਨ ਬੋ ਧਰਮ ਤਰਿਓ। ਕਿਉਂਕਿ ਗੁਰੂ ਅੰਗਦ ਸਾਹਿਬ ਦਾ ਇਹ ਧਰਮ ਹੈ ਆਪਣੇ ਸਾਹਿਬ ਦਾ ਹੁਕਮ ਮੰਨਣਾ, ਆਪਣੇ ਸਾਹਿਬ ਦੇ ਹੁਕਮ ਦੀ ਪਾਲਣਾ ਕਰਨੀ। ਉਸ ਧਰਮ ਦੀ ਪ੍ਰਤਪਾਲਣਾ ਗੁਰੂ ਅੰਗਦ ਸਾਹਿਬ ਜੀ ਕਰ ਰਹੇ ਨੇ। ਤਜ ਨਾਹੀ ਸਕੈ ਨੈ ਬਾਕੇ ਉਚਾਰੇ। ਛੱਡ ਕੇ ਜਾ ਨਹੀਂ ਸਕਦੇ, ਪਰ ਸਤਿਗੁਰਾਂ ਨੂੰ ਇਹ ਵੀ ਨਹੀਂ ਕਹਿੰਦੇ ਮੈਂ ਨਹੀਂ ਜਾਣਾ। ਜਾਣ ਨੂੰ ਚਿੱਤ ਵੀ ਨਹੀਂ ਕਰਦਾ, ਪਰ ਗੁਰੂ ਨਾਨਕ ਸਾਹਿਬ ਨੂੰ ਇਹ ਵੀ ਨਹੀਂ ਆਖਦੇ ਕਿ ਮਹਾਰਾਜ ਮੈਂ ਨਹੀਂ ਜਾਣਾ। ਹੋਏ ਬੇਦਾ ਤਤਕਾਲ ਚਲੇ। ਵਿਦਾ ਹੋ ਕੇ ਮਹਾਰਾਜ ਜੀ ਦੇ ਪਾਸੋਂ ਤਤਕਾਲ ਚੱਲ ਪਏ। ਨਿਜ ਗ੍ਰਾਮ ਖੰਡੂਰ ਕੇ ਪੰਥ ਪਧਾਰੇ। ਖਡੂਰ ਸਾਹਿਬ ਦੇ ਰਸਤੇ ਪੈ ਗਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਧਿਆਉਂਦਿਆਂ ਚੱਲ ਪਏ। ਆਵਤ ਹੈ ਚਿਤ ਮੈਂ ਚਿਤਵੰਤਤ। ਮਨ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਚਿਤ ਵਧਿਆਂ ਮਹਾਰਾਜ ਜੀ ਦੀ ਸੋਹਣੀ ਸਲੋਨੀ ਸੁੰਦਰ ਮੂਰਤ ਦਾ ਧਿਆਨ ਚਿਤ ਵਧਿਆਂ ਆ ਰਹੇ ਨੇ। ਸ਼੍ਰੀ ਗੁਰ ਰੂਪ ਸੁਭਾਉ ਕਿਰਪਾਲਾ। ਸਤਿਗੁਰਾਂ ਦਾ ਸਵਰੂਪ ਚਿਤ ਵਧੇ ਨੇ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸੁਭਾਅ ਨੂੰ ਚੇਤੇ ਕਰਦੇ ਨੇ। ਮਹਾਰਾਜ ਜੀ ਦੇ ਪਰਮ ਕਿਰਪਾਲੂ ਦਿਆਲੂ ਸੁਭਾਅ ਤੇ ਉਹਨਾਂ ਦੇ ਬਚਨਾਂ ਨੂੰ ਸਿਮਰਦੇ ਨੇ। ਦੀਨ ਪੈ ਦਿਆਲ ਪਛਾਨਤ ਕਾਲ ਕੋ। ਕੈਸੇ ਨੇ ਗੁਰੂ ਨਾਨਕ ਸਾਹਿਬ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਹਨ ਔਰ ਆਪਣਿਆਂ ਸੇਵਕਾਂ ਦੀ ਘਾਲੀ ਹੋਈ ਘਾਲਣਾ ਨੂੰ ਪਛਾਣਦੇ ਹਨ। ਸੇਵਕ ਕੇ ਬਸ ਪ੍ਰੇਮ ਵਿਸ਼ਾਲਾ। ਔਰ ਸਤਿਗੁਰੂ ਜੀ ਆਪਣਿਆਂ ਸੇਵਕਾਂ ਦੇ ਵਸੀਕਾਰ ਹੁੰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਸੇਵਕਾਂ ਅੰਦਰ ਪ੍ਰੇਮ ਵੇਖਦੇ ਨੇ ਔਰ ਆਪਣੇ ਸੇਵਕਾਂ ਦੇ ਪ੍ਰੇਮ ਦੀ ਭਾਵਨਾ ਵੇਖ ਕੇ ਉਹਨਾਂ ਦੇ ਵਸੀਕਾਰ ਹੋ ਜਾਂਦੇ ਹਨ। ਚਾਹਤ ਹੈ ਪ੍ਰਸਥਾਨ ਬੈਕੁੰਠ ਕੋ। ਹੁਣ ਸਤਿਗੁਰੂ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਸੀ, ਮੋਹੇ ਬੜਾਈ ਦੇ ਕੀਨ ਨਿਰਾਲਾ। ਗੁਰੂ ਅੰਗਦ ਸਾਹਿਬ ਜੀ ਵਿਚਾਰਦੇ ਨੇ ਕਿ ਹੁਣ ਸਤਿਗੁਰਾਂ ਨੇ ਸੱਚਖੰਡ ਜਾਣ ਦੇ ਤਿਆਰੇ ਕੀਤੇ ਨੇ ਤੇ ਮੈਨੂੰ ਵਡਿਆਈ ਦੇ ਕੇ ਮੈਨੂੰ ਆਪਣੇ ਤੋਂ ਵੱਖਰਾ ਕਰ ਦਿੱਤਾ। ਮੈਨੂੰ ਵਡਿਆਈ ਦੇ ਕੇ ਗੁਰਗੱਦੀ ਦੀ ਮੈਨੂੰ ਆਪਣੇ ਤੋਂ ਜੁਦਾ ਕਰ ਦਿੱਤਾ, ਨਿਰਾਲਾ ਕਰ ਦਿੱਤਾ ਹੈ। ਸੰਕਟ ਵਿਯੋਗ ਕੋ ਮੋਹ ਬਦਿਓ। ਕਹਿੰਦੇ ਇਹ ਵਿਯੋਗ ਦਾ ਵਿਛੋੜੇ ਦਾ ਸੰਕਟ ਹੈ ਜੋ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ 'ਚ ਬਹੁਤ ਜ਼ਿਆਦਾ ਵਧਿਆ ਹੈ। ਬਸ ਨਾਏ ਚਲੇ ਤਿਨ ਕੇ ਬਚ ਨਾਲਾ। ਸੋਚਦੇ ਨੇ ਕੀ ਕਰਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਉਸ ਬਚਨ ਨੂੰ ਮੰਨਣਾ ਮੇਰਾ ਧਰਮ ਹੈ, ਕਰਤੱਵ ਹੈ, ਮੇਰਾ ਵਸ ਨਹੀਂ ਚੱਲਦਾ। ਮੈਂ ਕਿਵੇਂ ਕਹਿੰਦਾ ਉਹਨਾਂ ਨੂੰ ਕਿ ਤੁਹਾਡਾ ਬਚਨ ਮੈਂ ਨਹੀਂ ਮੰਨਣਾ। ਸ਼੍ਰੀ ਗੁਰ ਅੰਗਦ ਬੀਚ ਖਡੂਰ ਕੇ। ਇਦਾਂ ਸੋਚਦਿਆਂ ਵਿਚਾਰਦਿਆਂ ਚਲਦਿਆਂ ਮਹਾਰਾਜ ਜੀ ਖਡੂਰ ਸਾਹਿਬ ਆ ਗਏ। ਆਏ ਪਰਵੇਸ਼ ਪਾਏ ਨਿਜ ਥਾਈ। ਪਾਤਸ਼ਾਹ ਆਪਣੇ ਨਿਜ ਸਥਾਨ ਤੇ ਖਡੂਰ ਸਾਹਿਬ ਆਣ ਬਿਰਾਜੇ ਹਨ। ਮੌਨ ਤਰੇ ਨਹਿ ਕੌਣ ਮਿਲੇ। ਮਹਾਰਾਜ ਜੀ ਬਿਲਕੁਲ ਹੀ ਮੌਨ ਹੋ ਗਏ ਨੇ, ਕਿਸੇ ਨਾਲ ਗੱਲ ਨਹੀਂ ਕਰਦੇ, ਨਾ ਸਤਿਗੁਰੂ ਜੀ ਕਿਸੇ ਨੂੰ ਮਿਲਦੇ ਹਨ। ਵਿੱਚ ਭੌਨ ਬਾਰੇ ਪਿਖ ਮਾਈ ਪੇਰਾਈ। ਜਦੋਂ ਪਾਤਸ਼ਾਹ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ, ਤਾਂ ਮਨ ਵਿੱਚ ਇਤਨਾ ਜ਼ਿਆਦਾ ਵੈਰਾਗ ਆਇਆ ਗੁਰੂ ਅੰਗਦ ਸਾਹਿਬ ਜੀ ਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੂਆ ਮਾਤਾ ਭਰਾਈ ਇੱਥੇ ਰਹਿੰਦੀ ਸੀ ਖਡੂਰ ਸਾਹਿਬ। ਸਤਿਗੁਰੂ ਜੀ ਆਪਣੇ ਆਸਣ ਤੋਂ ਚੱਲ ਕੇ ਮਾਤਾ ਭਰਾਈ ਦੇ ਘਰ ਆ ਗਏ। ਬੂਝਤ ਸ਼੍ਰੀ ਗੁਰ ਨਾਨਕ ਕੀ ਸੁਧ। ਜਦੋਂ ਮਾਤਾ ਭਰਾਈ ਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ, ਵੇਖ ਕੇ ਮਾਈ ਭਰਾਈ ਬੋਲੀ
ਕਹਿਣ ਲੱਗੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਆਏ ਹੋ, ਉਹਨਾਂ ਬਾਰੇ ਦੱਸੋ। ਕੌਣ ਸੇ ਥਾਨ ਤਜੇ ਸੁਖਦਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹੜੇ ਸਥਾਨ ਤੇ ਛੱਡ ਕੇ ਆਏ ਹੋ? ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਕਿੱਥੇ ਨੇ, ਕਿੱਥੇ ਦਰਸ਼ਨ ਦੇ ਰਹੇ ਨੇ? ਕਿਉਂ ਤੁਮ ਕੋਠਰੀ ਆਨ ਥੀਰੇ। ਤੇ ਤੁਸੀਂ ਇਸ ਕੋਠੇ ਦੇ ਵਿੱਚ, ਕਿਉਂਕਿ ਮਾਤਾ ਭਰਾਈ ਦੇ ਘਰ ਇੱਕ ਕੋਠਾ ਸੀ ਮਹਾਰਾਜ, ਉਹਦੇ 'ਚ ਪ੍ਰਵੇਸ਼ ਕਰ ਗਏ ਸਨ। ਮਾਤਾ ਕਹਿੰਦੀ ਆ ਮਾਈ ਭਰਾਈ ਮਹਾਰਾਜ ਜੀ ਤੁਸੀਂ ਆ ਕੇ ਏਦਾਂ ਬੜੇ ਵੈਰਾਗੀ ਜੇ ਹੋ ਕੇ ਇਸ ਕੋਠੇ ਵਿੱਚ ਕਿਉਂ ਗੁਪਤ ਹੋ ਕੇ ਪ੍ਰਵੇਸ਼ ਹੁੰਦੇ ਹੋ? ਮਨ ਭੰਗ ਆਹੇ ਮੁਖ ਨਾ ਬਿਕਸਾਈ। ਤੁਹਾਡਾ ਮਨ ਉਦਾਸ ਪ੍ਰਤੀਤ ਹੁੰਦਾ ਹੈ, ਤੁਹਾਡੇ ਚਿਹਰੇ ਦੇ ਉੱਤੇ ਵੀ ਵੈਰਾਗ ਦੀ ਝਲਕ ਨਜ਼ਰ ਆ ਰਹੀ ਹੈ। ਤੂਸ਼ਨ ਠਾਨ ਪਨਿਓ ਕੁਛ ਨਾਇਨ। ਗੁਰੂ ਅੰਗਦ ਸਾਹਿਬ ਜੀ ਬਿਲਕੁਲ ਚੁੱਪ ਬੈਠੇ ਰਹੇ। ਮਾਤਾ ਭਰਾਈ ਦੇ ਨਾ ਸਾਰੇ ਸਵਾਲਾਂ ਦਾ ਕੋਈ ਜਵਾਬ ਸਤਿਗੁਰਾਂ ਨੇ ਪਹਿਲੋਂ ਨਹੀਂ ਦਿੱਤਾ। ਆਨਨ ਦੀਰਘ ਸਵਾਸ ਪਰਿਓ। ਮਹਾਰਾਜ ਜੀ ਦਾ ਸੁੰਦਰ ਚਿਹਰਾ ਹੈ। ਮਾਤਾ ਭਰਾਈ ਦੇ ਬਚਨ ਸੁਣ ਕੇ ਗੁਰਦੇਵ ਨੇ ਇੱਕ ਲੰਮਾ ਸਾਹ ਲਿਆ ਹੈ। ਲੋਚਨ ਨੀਰ ਬਿਮੋਚਿਤ ਸੋਚਿਤ। ਜਿਵੇਂ ਮਾਈ ਸਵਾਲ ਕਰਦੀ ਹੈ, ਸੁਣ ਕੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪਿਆ ਹੈ। ਅੱਖਾਂ ਵਿੱਚੋਂ ਨੀਰ ਵਗ ਰਿਹਾ ਹੈ, ਜਲ ਵਗ ਰਿਹਾ ਹੈ। ਲੋਚਿਤ ਹੈ ਚਿਤ ਮੇਲ ਕਰਿਓ। ਮਹਾਰਾਜ ਜੀ ਲੋਚਦੇ ਨੇ ਮੇਰਾ ਸਾਹਿਬ ਦੇ ਨਾਲ ਕਿਵੇਂ ਮੇਲ ਹੋਵੇ, ਮੈਂ ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਸਰੂਪ ਵਿੱਚ ਜਾ ਕੇ ਮਿਲ ਜਾਵਾਂ। ਐਸ ਦਸ਼ਾ ਪਿਕ ਜਾਨੀ ਹਿਰਦੇ ਤਿਨ। ਜਦੋਂ ਨੇਤਰ ਭਰ ਲਏ ਨਾ ਗੁਰੂ ਅੰਗਦ ਸਾਹਿਬ ਦੇ ਨੇਤਰਾਂ ਚੋਂ ਨੀਰ ਵਹਿਣ ਲੱਗਾ ਤੇ ਮਾਈ ਭਰਾਈ ਨੇ ਵੇਖ ਕੇ ਅੰਦਾਜ਼ਾ ਲਾ ਲਿਆ। ਸ਼੍ਰੀ ਗੁਰ ਨਾ ਇਸ ਲੋਕ ਥੇਰਿਓ। ਕਿ ਜਾਪਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਚਲੇ ਗਏ ਨੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ। ਆਪਨੇ ਧਾਮ ਬੈਕੁੰਠ ਗਏ। ਉਹ ਆਪਣੇ ਨਿਜ ਧਾਮ ਬੈਕੁੰਠ ਨੂੰ ਚਲੇ ਗਏ ਹਨ। ਇਨ ਵਿਯੋਗ ਪਾਇਓ ਦੁਖ ਦੀਹੀ ਤਰਿਓ। ਔਰ ਇਹ ਉਹਨਾਂ ਦੇ ਵਿਜੋਗ ਵਿੱਚ ਭਾਰੀ ਬਿਰਹਾ ਤੁਰ ਅਵਸਥਾ ਦੀ ਵੇਦਨ ਦੀ ਪੀੜਾ ਨੂੰ ਆਪਣੇ ਹਿਰਦੇ ਵਿੱਚ ਬਰਦਾਸ਼ਤ ਕਰਕੇ ਇੱਥੇ ਬੈਠੇ ਹਨ। ਫਿਰ ਪਿਰਾਈ ਨੇ ਬੂਝਨ ਕੀ ਨਸ। ਮਾਈ ਭਰਾਈ ਫਿਰ ਬੋਲੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਦੀ ਹੈ। ਸ਼੍ਰੀ ਗੁਰ ਕੋ ਪਰ ਲੋਕ ਪਾਇਓ। ਕਹਿਣ ਲੱਗੀ ਹੈ ਗੁਰੂ ਅੰਗਦ ਸਾਹਿਬ ਕਿਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚਖੰਡ ਤਾਂ ਨਹੀਂ ਚਲੇ ਗਏ? ਮਨ ਚ ਅੰਦਾਜ਼ਾ ਤਾਂ ਲਾ ਲਿਆ ਮਾਈ ਭਰਾਈ ਨੇ। ਫਿਰ ਪੁੱਛਦੀ ਹੈ ਹੇ ਗੁਰੂ ਅੰਗਦ ਪਾਤਸ਼ਾਹ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਤੇ ਸੱਚਖੰਡ ਤਾਂ ਨਹੀਂ ਜਾ ਬਿਰਾਜੇ? ਯੋ ਸੁਨ ਕੈ ਗੁਰ ਅੰਗਦ ਨੇ ਤਬ। ਜਦੋਂ ਮਾਈ ਭਰਾਈ ਨੇ ਦੁਬਾਰਾ ਇਹ ਸਵਾਲ ਕੀਤਾ ਤੇ ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਤਾਹੀ ਕੇ ਸੰਗ ਬਖਾਨ ਕਹਿਓ। ਮਾਈ ਭਰਾਈ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਤੇ ਕਹਿਣ ਲੱਗੇ ਮੋਹਿ ਕਛੂ ਨਹਿ ਭਾਵਤ ਹੈ। ਕਹਿਣ ਲੱਗੇ ਮਾਈ ਮੈਨੂੰ ਕੁਝ ਸੋਭਦਾ ਨਹੀਂ, ਭਾਉਂਦਾ ਨਹੀਂ ਹੈ। ਪਾਤਸ਼ਾਹ ਕਹਿੰਦੇ ਖਾਲਸਾ ਜੀ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੋਵੇਂ ਇੱਕ ਮੇਕੇ ਨੇ, ਭੇਦ ਕੋਈ ਨਹੀਂ। ਪਰ ਸਤਿਗੁਰੂ ਜੀ ਉਹ ਵਰਤਾਰਾ ਦੱਸ ਰਹੇ ਨੇ ਵੀ ਜਦੋਂ ਸਿੱਖ ਆਪਣੇ ਸਾਹਿਬ ਤੋਂ ਵਿਛੜਦਾ ਨਾ ਗੁਰੂ ਤੋਂ, ਤਾਂ ਉਸ ਵੇਲੇ ਉਹਦੀ ਕੀ ਦਸ਼ਾ ਹੁੰਦੀ ਹੈ ਬਿਰਹਾ ਤੁਰ ਵਿੱਚ, ਉਹ ਅਵਸਥਾ ਇੱਥੇ ਸਤਿਗੁਰਾਂ ਨੇ ਪ੍ਰਗਟ ਕਰਕੇ ਵਿਖਾਈ ਹੈ। ਮਹਾਰਾਜ ਜੀ ਕਹਿੰਦੇ ਆ ਮਾਈ ਭਰਾਈ ਮੈਨੂੰ ਕੁਝ ਭਾਉਂਦਾ ਨਹੀਂ। ਦਿਖ ਬੇਸੁਨ ਬੇਚਿਤ ਖੇਦ ਥੀਓ। ਨਾ ਮੇਰਾ ਕੁਝ ਦੇਖਣ ਨੂੰ ਚਿੱਤ ਕਰਦਾ ਹੈ, ਨਾ ਕੁਝ ਸੁਣਨ ਨੂੰ ਚਿੱਤ ਕਰਦਾ ਹੈ। ਅੰਤਰ ਹੋਏ ਏਕਾਂਤ ਨਿਰੰਤਰ। ਮੈਂ ਇਸ ਕੋਠੇ ਦੇ ਅੰਦਰ ਇਕਾਂਤ ਵਿੱਚ ਨਿਰੰਤਰ ਬੈਠਣਾ ਹੈ। ਬੈਠਿਓ ਚਾਹੋ ਇਹ ਮੇਰੋ ਹੀਓ। ਮੇਰਾ ਮਨ ਭਾਉਂਦਾ ਕਿ ਮੈਂ ਇੱਥੇ ਇਸ ਕਮਰੇ ਵਿੱਚ, ਇਸ ਕੋਠੇ ਦੇ ਵਿੱਚ
ਇਕਾਂਤ ਵਿੱਚ ਬੈਠਾ ਰਵਾਂ ਤੇ ਮੈਨੂੰ ਕੋਈ ਨਾ ਬੁਲਾਵੇ, ਨਾ ਮੈਂ ਕਿਸੇ ਨੂੰ ਵੇਖਾਂ, ਨਾ ਮੈਂ ਕਿਸੇ ਦੀ ਕੋਈ ਬਾਤ ਸੁਣਾ, ਔਰ ਇਕਾਂਤ ਵਿੱਚ ਹੀ ਨਿਰੰਤਰ ਇੱਕ ਰਸ ਬੈਠਾ ਰਹਾ। ਜਿਉ ਬਿਸਫੋਟ ਪਕਿਓ ਦੁੱਖ ਦੇਤ ਹੈ। ਭਾਈ ਭਰਾਈ, ਜਿਵੇਂ ਕੋਈ ਫੋੜਾ ਨਹੀਂ ਹੁੰਦਾ ਸਰੀਰ ਦੇ ਉੱਤੇ, ਤੇ ਉਹ ਫੋੜਾ ਇੱਕਦਮ ਫੁੱਟ ਜਾਏ, ਫੋੜਾ ਹੋਵੇ ਵਿੱਚ ਰੇਸ਼ਾ ਪੀਕ ਭਰੀ ਹੋਵੇ ਤੇ ਇੱਕਦਮ ਉਹ ਫੁੱਟ ਜਾਵੇ ਤੇ ਪੀੜਾ ਹੁੰਦੀ ਹੈ। ਚੋਟ ਲਾਗੇ ਪੁੰਨ ਵੈ ਅਧਿਕਾਈ। ਉਸ ਫੋੜੇ ਦੇ ਉੱਤੇ ਕਿਤੇ ਚੋਟ ਲੱਗ ਜੇ ਤੇ ਬਹੁਤ ਜ਼ਿਆਦੀ ਭਿਆਨਕ ਵੇਦਨ ਤੇ ਪੀੜਾ ਉੱਠਦੀ ਹੈ। ਤਿਉ ਬੇਵਹਾਰ ਵੀ ਲੋਕਨ ਬੋਲਨ। ਇਸੇ ਤਰ੍ਹਾਂ ਮਾਤਾ, ਲੋਕਾਂ ਨਾਲ ਗੱਲਾਂ ਕਰਨੀਆਂ, ਉਹਨਾਂ ਨਾਲ ਬੋਲਣਾ, ਉਹਨਾਂ ਦੇ ਗੱਲਾਂ ਸੁਣਨੀਆਂ ਮੈਨੂੰ ਇਉਂ ਪ੍ਰਤੀਤ ਹੁੰਦੀਆਂ ਜਿਵੇਂ ਫੋੜੇ ਦੇ ਉੱਤੇ ਕੋਈ ਸੱਟ ਮਾਰਦਾ ਹੋਵੇ, ਚੋਟ ਮਾਰਦਾ ਹੋਵੇ। ਮੈਂ ਨਹੀਂ ਚਾਹੁੰਦਾ ਕਿਸੇ ਨਾਲ ਦੁਨੀਆ ਦਾ ਵਿਵਹਾਰ ਕਰਨਾ, ਕਿਸੇ ਨਾਲ ਬੋਲਣਾ ਜਾਂ ਕਿਸੇ ਨਾਲ ਸੁਣਨਾ। ਸ਼੍ਰੋਨ ਸੋਨੇ ਮੁਝ ਹੋਏ ਬੇਕੁਲਾਈ। ਜਦੋਂ ਤੁਸੀਂ ਵੀ ਮਾਤਾ ਬੋਲਦੇ ਪਏ ਹੋ, ਗੱਲਾਂ ਕਰਦੇ ਹੋ, ਇਹ ਤੁਹਾਡੀਆਂ ਬਾਤਾਂ ਸੁਣ ਕੇ ਵੀ ਮੇਰਾ ਹਿਰਦਾ ਵਿਸਫੋਟ ਦੇ ਉਸ ਪੀੜਾ ਦੇ ਨਾਲ ਬੇਬਲ ਹੋ ਰਿਹਾ ਹੈ। ਕੋਠੜੀ ਕੋ ਦਰ ਸੋਚਿਨ ਦੇਹੋ। ਏ ਮਾਈ, ਮੇਰੇ ਤੇ ਉਪਕਾਰ ਕਰ, ਮੈਂ ਇਸ ਕੋਠੜੀ ਦੇ ਵਿੱਚ ਆ, ਤੂੰ ਕੋਠੜੀ ਦਾ ਦਰਵਾਜ਼ਾ ਬਾਹਰੋਂ ਚਿਣ ਕੇ ਬੰਦ ਕਰ ਦੇ। ਦਰਵਾਜ਼ਾ ਨਹੀਂ ਚਿਣੀ ਦੇ ਇਹਨੂੰ ਬਿਲਕੁਲ ਹੀ ਬੰਦ ਕਰ ਦੇ, ਵੀ ਪਤਾ ਹੀ ਨਾ ਲੱਗੇ ਵੀ ਇੱਥੇ ਕੋਈ ਦਰਵਾਜ਼ਾ ਹੈ। ਕਹੋ ਕਿਸ ਪਾਸ ਨਾ ਕੈਸੇ ਬਤਾਈ। ਕੋਈ ਆਵੇ, ਕੋਈ ਪੁੱਛੇ, ਕਿਸੇ ਨੂੰ ਦੱਸੀ ਨਾ ਮੇਰੇ ਬਾਰੇ ਕਿ ਮੈਂ ਇੱਥੇ ਬੈਠਾ ਹਾਂ। ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ, ਕੋਈ ਆਵੇ ਤੈਂ ਨਹੀਂ ਦੱਸਣਾ ਕਿਸੇ ਨੂੰ ਮੇਰੇ ਬਾਰੇ। ਮੋ ਪਰ ਯੋ ਉਪਕਾਰ ਕਰੋ। ਏ ਭਾਈ, ਮੇਰੇ ਤੇ ਉਪਕਾਰ ਕਰ ਦੇ। ਵਿੱਚ ਬੈਠ ਰਹੋ ਜਿਮ ਹੋਏ ਨਾ ਲਖਾਈ। ਮੈਂ ਇਸ ਕੋਠੇ ਵਿੱਚ ਬੈਠਾ ਰਵਾਂ ਤੇ ਕਿਸੇ ਨੂੰ ਨਾ ਪਤਾ ਲੱਗੇ, ਏਦਾਂ ਇਸ ਦਰਵਾਜ਼ੇ ਨੂੰ ਬਾਹਰੋਂ ਚਿਣ ਕੇ ਬੰਦ ਕਰ ਦੇ। ਬੂਝਨ ਕੀਨ ਪੇਰਾਈ ਨੇ। ਜਦੋਂ ਗੁਰੂ ਅੰਗਦ ਸਾਹਿਬ ਜੀ ਇਹ ਬਚਨ ਕਹੇ, ਸੁਣ ਕੇ ਮਾਤਾ ਭਰਾਈ ਫਿਰ ਪੁੱਛਦੀ ਤੇ ਬੋਲੀ, ਫਿਰ ਏਕਾਂਤ ਰਹੋ ਚਿਤ ਹੋਏ ਇਸ ਥਾਈ। ਕਹਿਣ ਲੱਗੀ, ਮਹਾਰਾਜ ਜੀ ਤੁਸੀਂ ਰਜ ਰਜ ਇਕਾਂਤ ਵਿੱਚ ਇੱਥੇ ਬੈਠੋ। ਇੱਥੇ ਜੇ ਇਕਾਂਤ ਵਿੱਚ ਬੈਠਣ ਨੂੰ ਚਿੱਤ ਹੈ ਤੇ ਆਪ ਜੀ ਆਪਣੀ ਇੱਛਾ ਮੁਤਾਬਕ ਇੱਥੇ ਬੈਠੋ। ਕਿਉਂ ਦਰ ਕੋ ਚਿਨਵਾਵਤ ਹੋ। ਦਰਵਾਜ਼ਾ ਕਾਹਨੂੰ ਚੜਵਾਉਂਦੇ ਹੋ? ਵੀ ਦਰਵਾਜ਼ਾ ਤਾਂ ਬੰਦ ਕਰ ਦੇਣੀ ਆ, ਦਰਵਾਜ਼ੇ ਦੇ ਤਖਤੇ ਭੇੜ ਦੇਣੀ ਆ ਬਾਹਰੋਂ, ਇਹਨੂੰ ਚਿਣਨ ਦੀ ਕੀ ਲੋੜ ਹੈ? ਵੀ ਚਿਣ ਕੇ ਬੰਦ ਹੀ ਕਰਦੇ ਆ, ਇਕਾਂਤ ਵਿੱਚ ਬੈਠਣਾ, ਤੁਸੀਂ ਅੰਦਰ ਬੈਠ ਜਾਓ। ਇਹ ਬਾਤ ਬਣੇ ਨੇ ਸੰਕਟ ਪਾਈ। ਕਹਿੰਦੇ ਇਹ ਬਾਤ ਕਿਵੇਂ ਬਣੇਗੀ ਕਿ ਮੈਂ ਤਾਂ ਬੜੀ ਸੰਕਟ ਵਿੱਚ ਹੋਵਾਂਗੀ, ਵੀ ਅੰਦਰ ਤੁਸੀਂ ਹੋਵੋਗੇ, ਜਲ ਪਾਣੀ ਭੋਜਨ ਆਦਿਕ ਕਿਸੇ ਪ੍ਰਕਾਰ ਦੀ ਸੇਵਾ ਟਹਿਲ ਮੇਰੇ ਕੋਲੋਂ ਕਿਵੇਂ ਹੋਵੇਗੀ? ਤੁਸੀਂ ਕਹਿੰਦੇ ਹੋ ਦਰਵਾਜ਼ਾ ਹੀ ਚਿਣ ਕੇ ਬੰਦ ਕਰ ਦੇ, ਇਹਦੇ ਨਾਲ ਤਾਂ ਬੜਾ ਵੱਡਾ ਸੰਕਟ ਹੋਵੇਗਾ ਮੈਨੂੰ। ਸ਼੍ਰੋਨ ਸੋਨੇ ਤਿਸ ਤੇ ਕੀਏ ਤੂਸ਼ਨ। ਜਦੋਂ ਮਾਈ ਭਰਾਈ ਨੇ ਇਹ ਜਵਾਬ ਦਿੱਤਾ ਅੱਗੋਂ ਤੇ ਗੁਰੂ ਅੰਗਦ ਸਾਹਿਬ ਜੀ ਨੇ ਸੁਣਿਆ, ਫਿਰ ਨਹੀਂ ਕੁਛ ਬਾਣੀ ਆਲਾਈ। ਪਾਤਸ਼ਾਹ ਨੇ ਨਹੀਂ ਅੱਗੋਂ ਫਿਰ ਕੋਈ ਸਵਾਲ ਜਵਾਬ ਕੀਤਾ ਵੀ ਮਾਈ ਤੂੰ ਦਰਵਾਜ਼ਾ ਚਿਣ ਜਾਂ ਨਾ ਚਿਣ। ਮਹਾਰਾਜ ਜੀ ਬਿਲਕੁਲ ਹੀ ਚੁੱਪ ਕਰ ਗਏ, ਕੋਈ ਜਵਾਬ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਨਹੀਂ ਦਿੱਤਾ। ਬੈਠ ਰਾਏ ਜੁਗ ਲੋਚਨ ਮੂੰਦ। ਮਹਾਰਾਜ ਜੀ ਅੰਦਰ ਜਾ ਕੇ ਬੈਠ ਗਏ ਔਰ ਆਪਣੇ ਦੋਵੇਂ ਨੇਤਰ ਬੰਦ ਕਰ ਲਏ। ਮਨੋ ਸ਼ਿਵ ਮੂਰਤ ਧਿਆਨ ਲਗਾਈ। ਕਲਿਆਣਕਾਰੀ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਵਿੱਚ ਧਿਆਨ ਲਾ ਕੇ ਉਸੇ ਰੂਪ ਵਿੱਚ ਹੀ ਸਥਿਤ ਹੋ ਗਏ। ਸ਼੍ਰੀ ਗੁਰ ਕੋ ਰੁਖ ਜਾਨ ਤਬੇ। ਹੁਣ ਮਾਈ ਨੇ ਵੇਖਿਆ ਵੀ ਨਾ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ। ਸਤਿਗੁਰਾਂ ਦਾ ਰੁਖ ਵੇਖ ਲਿਆ ਮਾਈ ਨੇ ਕਿ ਗੁਰੂ ਅੰਗਦ ਸਾਹਿਬ ਜੀ ਕੀ ਚਾਹੁੰਦੇ ਹਨ। ਦਰ ਕੋ ਚਿੰਨ ਕੀਨੋ ਹੈ ਬੰਦ ਪੇਰਾਈ। ਮਾਤਾ ਭਰਾਈ ਨੇ ਗੁਰੂ ਆਗਿਆ ਦੀ ਪਾਲਣਾ ਕਰਕੇ ਬਾਹਰੋਂ ਦਰਵਾਜ਼ਾ ਚਿਣ ਕੇ, ਕੱਚਾ ਜਿਹਾ ਦਰਵਾਜ਼ਾ ਸੀ, ਕੱਚੇ ਜਿਹੜੇ
ਮਿੱਟੀ ਦੇ ਭੇਲੇ ਆਦਿਕ ਰੱਖ ਕੇ ਬਾਹਰੋਂ ਦਰਵਾਜ਼ਾ ਚਿਣ ਕੇ ਲਿਪ ਦਿੱਤਾ। ਫਿਰ ਕਰਿਓ ਇੱਕ ਸਾਰ ਭਲੇ, ਇੱਕ ਸਾਰ ਜਿਵੇਂ ਕੰਧ ਹੁੰਦੀ ਹੈ, ਕੰਧ ਦੇ ਨਾਲ ਹੀ ਮਿਲਾ ਦਿੱਤਾ। ਬੋ ਪੰਕ ਲਗਾਏ ਕੈ ਦੀਨ ਲੈ ਪਾਈ, ਬਾਹਰੋਂ ਚਿੱਕੜ ਦੇ ਨਾਲ ਮਿੱਟੀ ਤੇ ਗਾਰੇ ਦੇ ਨਾਲ ਲਿਪ ਦਿੱਤਾ। ਕੋਏ ਨਾ ਜਾਣ ਸਕੇ ਦਰ ਕੋ, ਕਹਿੰਦੇ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਇੱਥੇ ਕੋਈ ਦਰਵਾਜ਼ਾ ਹੈ, ਦਰਵਾਜ਼ੇ ਦਾ ਨਹੀਂ ਪਤਾ ਲੱਗਦਾ। ਇਸ ਤਰੀਕੇ ਨਾਲ ਮਾਈ ਭਰਾਈ ਨੇ ਦਰਵਾਜ਼ਾ ਚਿਣ ਕੇ ਬੰਦ ਕਰ ਦਿੱਤਾ। ਇਸ ਭਾਂਤ ਕੀਓ ਜਿਮ ਸ਼੍ਰੀ ਗੁਰ ਪਾਈ, ਜਿਵੇਂ ਗੁਰੂ ਅੰਗਦ ਸਾਹਿਬ ਜੀ ਨੂੰ ਪਾਉਂਦਾ ਸੀ, ਮਾਈ ਭਰਾਈ ਨੇ ਉਸੇ ਤਰ੍ਹਾਂ ਹੀ ਸੇਵਾ ਕੀਤੀ। ਬੀਤ ਗਏ ਇਸ ਰੀਤ 6 ਮਾਸ, ਖਾਲਸਾ ਜੀ ਉਸ ਕੋਠੇ ਵਿੱਚ ਹੀ ਬੈਠਿਆਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਮਾਧੀ ਸਥਿਤ ਹੋ ਕੇ ਬੈਠੇ ਨੇ। 6 ਮਹੀਨਿਆਂ ਦਾ ਸਮਾਂ ਬੀਤ ਗਿਆ ਸਮਾਧੀ 'ਚ ਬੈਠਿਆਂ। 6 ਮਾਸ, ਮਾਸ ਕਹਿੰਦੇ ਆ ਮਹੀਨੇ ਨੂੰ। 6 ਮਹੀਨਿਆਂ ਦਾ ਸਮਾਂ ਬੀਤ ਗਿਆ। ਆਲੋਪ ਪਾਏ ਨੈ ਕਾਹੂ ਲਖਾਈ, ਬਾਦਸ਼ਾਹ ਬਿਲਕੁਲ ਹੀ ਅਲੋਪ ਹੋ ਗਏ, ਗੁਪਤ ਹੋ ਗਏ। ਨਾ ਨਗਰ ਨਿਵਾਸੀਆਂ ਨੂੰ ਪਤਾ ਲੱਗਾ, ਨਾ ਬਾਹਰ ਸਿੱਖਾਂ ਨੂੰ ਪਤਾ ਲੱਗਦਾ ਹੈ। ਬੁੱਢੇ ਆਦ ਜੇ ਗੁਰ ਕੇ ਸਿੱਖ, ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਪੁਰਾਤਨ ਸਿੱਖ ਹਨ, ਹੋਤ ਪਾਏ ਇਕੱਠੇ ਸਮੁਦਾਇ, ਸਾਰੀ ਸਿੱਖ ਸੰਗਤ ਇਕੱਠੀ ਹੋਈ ਬਾਬਾ ਬੁੱਢਾ ਜੀ ਦੇ ਪਾਸ ਆਈ। ਸ਼੍ਰੀ ਗੁਰ ਮੂਰਤ ਡੀਠ ਨਾ ਆਵਤ, ਹੁਣ ਸੰਗਤ ਵੀ ਬੜੀ ਵਿਰਾਗ ਵਿੱਚ ਤੇ ਬੇਬਲ ਸੀ। ਗੁਰੂ ਨਾਨਕ ਸਾਹਿਬ ਤਾਂ ਸੱਚਖੰਡ ਚਲੇ ਗਏ, ਪਰ ਹੁਣ ਉਹਨਾਂ ਦੀ ਜਗ੍ਹਾ ਤੇ ਗੁਰੂ ਅੰਗਦ ਸਾਹਿਬ ਨੇ। ਉਹਨਾਂ ਦੇ ਵੀ ਦਰਸ਼ਨ ਨਹੀਂ ਹੋ ਰਹੇ, ਉਹਨਾਂ ਦੀ ਵੀ ਮੂਰਤ ਦੇ ਦੀਦਾਰ ਨਹੀਂ ਹੋ ਰਹੇ। ਸੋ ਪਟ ਕੰਤ ਹਿਰਦੇ ਮੋਰ ਝਾਏ, ਸੰਗਤ ਵੀ ਭਟਕਦੀ ਫਿਰਦੀ ਬੇਬਲ ਹੋਈ, ਚਿਹਰੇ ਸੰਗਤ ਦੇ ਮੁਰਝਾਏ ਹੋਏ ਨੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾ। ਕੀਨ ਵਿਚਾਰ ਪਾਲੋ ਸਭ ਹੂੰ ਮਿਲ, ਸਾਰਿਆਂ ਨੇ ਮਿਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਵਿਚਾਰ ਕੀਤੀ। ਆਪ ਗੁਰੂ ਬੋਹ ਬਾਰ ਬਤਾਏ, ਕਹਿੰਦੇ ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵੇਰੀ ਸੰਗਤ ਨੂੰ ਹੁਕਮ ਕਰਕੇ ਕਿਹਾ ਸੀ, ਮੇਰੋ ਸਰੂਪ ਪਿਖੋ ਤਨ ਅੰਗਦ, ਕਿ ਮੇਰਾ ਸਵਰੂਪ ਗੁਰੂ ਅੰਗਦ ਦੇਵ ਸਾਹਿਬ ਨੂੰ ਜਾਣਨਾ। ਮੇਰੇ ਵਿੱਚ ਔਰ ਗੁਰੂ ਅੰਗਦ ਸਾਹਿਬ ਵਿੱਚ ਭੇਦ ਨਹੀਂ ਹੈ। ਭੇਦ ਨਹੀਂ ਇੱਕ ਮੇਕ ਬਨਾਏ, ਅਸੀਂ ਇੱਕ ਮੇਕ ਹੀ ਹੋ ਗਏ ਹਾਂ। ਇਹ ਮੇਰਾ ਹੀ ਸਵਰੂਪ, ਇਹਨਾਂ ਦੇ ਸਰੀਰ ਨੂੰ ਮੇਰਾ ਰੂਪ ਕਰਕੇ ਜਾਣਨਾ, ਵੇਖਣਾ, ਦਰਸ਼ਨ ਕਰਨੇ। ਮੋਕੋ ਸੇਵਨ ਚਾਹਤ ਜੋ, ਜਿਹੜੇ ਮਾਈ ਭਾਈ ਮੇਰੀ ਸੇਵਾ ਕਰਨਾ ਚਾਹੁੰਦੇ ਹਨ, ਗੁਰ ਅੰਗਦ ਸੇਵੋ ਪ੍ਰੇਮ ਕਰੋ, ਉਹ ਜਾ ਕੇ ਗੁਰੂ ਅੰਗਦ ਸਾਹਿਬ ਦੀ ਸੇਵਾ ਕਰੋ ਪ੍ਰੇਮ ਸਹਿਤ। ਗੁਰੂ ਅੰਗਦ ਸਾਹਿਬ ਦੀ ਸੇਵਾ ਮੇਰੀ ਸੇਵਾ ਹੋਵੇਗੀ। ਬੁੱਢੇ ਕਾਇਓ ਨਿਜ ਥਾਨ ਸਥਾਪਿਓ ਹੈ, ਜਦੋਂ ਸੰਗਤ ਨੇ ਬਚਨ ਕਹੇ, ਬਾਬਾ ਬੁੱਢਾ ਸਾਹਿਬ ਜੀ ਵੀ ਕੋਲੋਂ ਬੋਲੇ, ਕਹਿੰਦੇ ਜੀ ਹਾਂ, ਇਹਦੇ ਚ ਕੋਈ ਦੋ ਰਾਏ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਆਪਣੇ ਸਥਾਨ ਤੇ ਗੁਰੂ ਥਾਪਿਆ ਹੈ। ਤਾਹੇ ਸਰੀਰ ਮੈਂ ਆਪ ਬਾਰੇ, ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਸਰੀਰ 'ਚ ਪ੍ਰਵੇਸ਼ ਹੋ ਗਏ ਨੇ। ਉਹਨਾਂ ਦੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਵਿਦਵਾਨ ਹੋ ਗਈ ਹੈ। ਖੋਜੋ ਕੌਣ ਸਥਾਨ ਆਹੇ, ਕਹਿੰਦੇ ਜੀ ਖੋਜੀਏ, ਭਾਲ ਕਰੀਏ ਕਿ ਸਤਿਗੁਰੂ ਜੀ ਇਸ ਵੇਲੇ ਕਿਸ ਸਥਾਨ ਤੇ ਹਨ। ਸੁਨ ਕੈ ਸਿੱਖ ਕੇਤਕ ਗ੍ਰਾਮ ਫਿਰੇ, ਕਹਿੰਦੇ ਕਈ ਨਗਰਾਂ ਵਿੱਚ ਸਿੱਖ ਲੱਭਦੇ, ਭਾਲਦੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ। ਪ੍ਰੇਮ ਤੇ ਚੌਂਪ ਬਾਦੀ ਹਿਤ ਹੇਰਨ, ਸਭ ਦੇ ਅੰਦਰ ਪ੍ਰੇਮ ਤੇ ਚਾਅ ਬਣਿਆ ਹੋਇਆ ਕਿ ਕਿਸੇ ਤਰੀਕੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਹੋਣ। ਪ੍ਰੇਰਨ ਕੀਨ ਪਰਮੋਦ ਤਾਰੇ, ਔਰ ਸਭ ਇੱਕ ਦੂਜੇ ਨੂੰ ਪ੍ਰੇਰਦੇ ਤੇ ਮਨ 'ਚ ਪ੍ਰਮੋਦ ਤੇ ਆਨੰਦ ਵਸਾਉਂਦੇ ਵੀ ਸਤਿਗੁਰਾਂ ਦੇ ਦਰਸ਼ਨ ਹੋਣ। ਦੋਹਰਾ ਮਿਲ ਕਰ ਸਭਨ ਵਿਚਾਰਿਓ, ਗ੍ਰਾਮ ਖਡੂਰ ਮਜਾਰ। ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਬਾਬਾ ਜੀ ਕਿਉਂ ਅੰਤਰਾ ਲੈਂਦੇ ਹੋ ਸੰਗਤ ਦਾ?
ਤੁਹਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ ਵੀ ਮੈਂ ਤੇਰੀਆਂ ਅੱਖਾਂ ਤੋਂ ਓਲੇ ਨਾ ਹੋਸਾਂ, ਤੇ ਫਿਰ ਤੁਸੀਂ ਵੇਖੋ ਕਿੱਥੇ ਨੇ। ਬਾਬਾ ਬੁੱਢਾ ਸਾਹਿਬ ਜੀ ਔਰ ਸਾਰੀ ਸੰਗਤ ਨੇ ਵਿਚਾਰ ਕੀਤੀ। ਪਤਾ ਲੱਗਾ ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਤੋਂ ਕਿ ਇਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ ਜਾਪਦਾ ਮਾਤਾ ਭਿਰਾਈ ਜੀ ਦੇ ਘਰ ਹੋਣਗੇ। ਮਾਤਾ ਭਿਰਾਈ ਜੀ ਕੋਲੋਂ ਜਾ ਕੇ ਪੁੱਛਣਾ ਚਾਹੀਦਾ ਹੈ। ਨਿਕਟ ਪਿਰਾਈ ਹੋਏਂਗੇ ਅਪਰ ਨ ਸੁਨੀਏ ਸਾਰੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਾਤਾ ਭਿਰਾਈ ਜੀ ਕੋਲ ਹੋਣਗੇ, ਆਪਾਂ ਮਾਤਾ ਭਿਰਾਈ ਕੋਲ ਚੱਲੀਏ, ਉਹਨਾਂ ਨੂੰ ਚੱਲ ਕੇ ਪੁੱਛੀਏ। ਜਾਪਦਾ ਨਹੀਂ ਵੀ ਉੱਥੋਂ ਕਿਤੇ ਹੋਰ ਸੱਜੇ ਖੱਬੇ ਮਿਲਣਗੇ ਸਤਿਗੁਰੂ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆਪਾਂ ਮਾਤਾ ਭਿਰਾਈ ਕੋਲ ਚੱਲ ਕੇ ਪੁੱਛਦੇ ਹਾਂ। ਸਵਈਆ ਬੁੱਢੇ ਤੇ ਆਦਿਕ ਜੇ ਸਮੁੰਦਾ ਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਹੋਰ ਜਿੰਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸੇਵਕ ਸਿੱਖ ਹਨ, ਗਏ ਸਭ ਸਿੱਖ ਖਡੂਰ ਮਜਾਰੀ। ਇਹ ਸਭ ਇਕੱਠੇ ਹੋ ਕੇ ਸ੍ਰੀ ਖਡੂਰ ਸਾਹਿਬ ਚੱਲ ਕੇ ਆਏ ਹਨ। ਮਾਈ ਪਿਰਾਈ ਕੇ ਪਾਸ ਮਿਲੇ। ਚੱਲ ਕੇ ਸਿੱਧੇ ਮਾਤਾ ਭਿਰਾਈ ਜੀ ਦੇ ਘਰ ਪਹੁੰਚੇ ਨੇ, ਆ ਕੇ ਮਾਤਾ ਭਿਰਾਈ ਨੂੰ ਮਿਲੇ ਹਨ। ਸਗਰੇ ਕਰ ਜੋਰ ਨਾਮੋ ਪੱਗ ਤਾਰੀ। ਮਾਈ ਭਿਰਾਈ ਜੀ ਦਾ ਅਦਬ ਸਤਕਾਰ ਕਰਦਿਆਂ ਸਭ ਸਿੱਖਾਂ ਨੇ ਨਮਸਕਾਰ ਕੀਤੀ। ਪੂਜਨ ਕੀਨ ਕਹਾਂ ਗੋਰੇ ਅੰਗਦ। ਪੁੱਛਿਆ ਮਾਤਾ ਜੀ ਮਾਈ ਭਿਰਾਈ ਨੂੰ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਕਿੱਥੇ ਨੇ, ਤੁਸੀਂ ਜਾਣਦੇ ਹੋ। ਹਿਰਨ ਕੇ ਹਿਤ ਚਾਹ ਹਮਾਰੀ। ਅਸੀਂ ਸਾਰੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਆ। ਸਾਰੀ ਸਿੱਖ ਸੰਗਤ ਦੇ ਮਨ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾਂ ਦੀ ਕਾਂਖਾ ਹੈ। ਵੈਸਾ ਭਲਿਓ ਸਭ ਕੋ ਇਤੇ ਆਵਨ। ਸਾਡਾ ਸਾਰਿਆਂ ਦਾ ਆਵਣਾ ਸਫਲਾ ਹੋ ਜੇ। ਮਾਈ ਭਿਰਾਈ ਸਾਨੂੰ ਦੱਸ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਕਿੱਥੇ ਹਨ। ਪਾਵਨ ਪਾਵਨ ਲੇਹ ਨਿਹਾਰੀ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਅਸੀਂ ਦਰਸ਼ਨ ਕਰ ਲਈਏ ਤਾਂ ਜੋ ਸਾਡਾ ਇੱਥੇ ਆਉਣਾ ਸਫਲ ਹੋ ਜਾਵੇ। ਸ਼੍ਰੋਨ ਸੁਨੇ ਸਭ ਕੇ ਬਚਨਾ। ਜਦੋਂ ਮਾਈ ਭਿਰਾਈ ਨੇ ਸਭ ਦੇ ਬਚਨ ਸਭ ਦੀ ਬੇਨਤੀ ਸੁਣੀ, ਨੇ ਬਾਕ ਕਿਓ ਤਿਨ ਸੰਗ ਪੇਰਾਈ। ਹੁਣ ਮਾਈ ਭਿਰਾਈ ਗੁਰੂ ਸਾਹਿਬ ਦੀ ਆਗਿਆ ਵਿੱਚ ਬੱਝੀ ਹੋਈ ਕਿਵੇਂ ਆਖੇ ਵੀ ਸਤਿਗੁਰੂ ਜੀ ਇਸ ਕੋਠੇ 'ਚ ਨੇ। ਜਦੋਂ ਸਤਿਗੁਰਾਂ ਨੇ ਹੁਕਮ ਕੀਤਾ ਸੀ ਮਾਈ ਸਾਡੇ ਬਾਰੇ ਦੱਸੀ ਨਾ ਕਿਸੇ ਨੂੰ, ਅਸੀਂ ਇੱਥੇ ਆ। ਹੁਣ ਮਾਤਾ ਜੀ ਕਿਵੇਂ ਕਹਿੰਦੇ, ਮਾਈ ਭਿਰਾਈ ਕਿਵੇਂ ਕਹਿੰਦੀ ਏ। ਗੁਰੂ ਸਾਹਿਬ ਦੀ ਆਗਿਆ ਦੀ ਪਾਲਣਾ ਕਰਨੇ ਵਾਲੀ ਬਿਲਕੁਲ ਚੁੱਪ ਹੈ, ਨਹੀਂ ਬੋਲੇ। ਮੌਨ ਕਰੇ ਮੁਖ ਬੈਠ ਰਹੀ। ਬਿਲਕੁਲ ਮੌਨ ਹੋ ਕੇ ਚੁੱਪ ਹੋ ਕੇ ਮਾਈ ਭਿਰਾਈ ਜੀ ਬੈਠੇ ਰਹੇ। ਵਿੱਚ ਪੌਨ ਥੀਰੇ ਸਿੱਖ ਜੇ ਸਮੁੰਦਾਈ। ਤੇ ਸਿੱਖ ਸਾਰੇ ਉੱਥੇ ਬੈਠੇ ਹੋਏ, ਉੱਥੇ ਨਾਲ ਹੀ ਉਹ ਕੋਠਾ ਸੀ ਜਿਹਦੇ ਚ ਅੰਦਰ ਗੁਰੂ ਅੰਗਦ ਸਾਹਿਬ ਜੀ ਬਿਰਾਜਮਾਨ ਹਨ। ਜਾਨ ਗਏ ਮਨ ਮਾਹੀ ਤਬੇ। ਜਦੋਂ ਮਾਈ ਭਿਰਾਈ ਕੁਝ ਨਹੀਂ ਨਾ ਬੋਲੀ ਤੇ ਸਿੱਖਾਂ ਨੇ ਆਪ ਹੀ ਅੰਦਾਜ਼ਾ ਲਾ ਲਿਆ ਵੀ ਸਤਿਗੁਰੂ ਜੀ ਇੱਥੇ ਹੀ ਹਨ। ਆਪ ਹੀ ਉਹਨਾਂ ਦੇ ਅੰਦਰ ਅੰਦਾਜ਼ਾ ਲੱਗ ਗਿਆ। ਗੁਰ ਅੰਗਦ ਜੀ ਕਿਤ ਹੈ ਇਸ ਥਾਈ। ਕਿ ਗੁਰੂ ਅੰਗਦ ਸਾਹਿਬ ਜੀ ਕਿਤੇ ਇਸੇ ਜਗ੍ਹਾ ਤੇ ਨੇ, ਮਾਈ ਭਿਰਾਈ ਦੇ ਘਰ ਵਿੱਚ ਹੀ ਕਿਤੇ ਹਨ। ਫਿਰ ਕਰੀ ਬਿਨਤੀ ਕਰ ਜੋਰ ਕਹਿ। ਫਿਰ ਸਿੱਖਾਂ ਨੇ ਹੱਥ ਜੋੜੇ ਤੇ ਦੁਬਾਰਾ ਫਿਰ ਮਾਈ ਭਿਰਾਈ ਨੂੰ ਕਹਿਣ ਲੱਗੇ, ਮਾਈ ਜੀ ਸ਼੍ਰੀ ਗੁਰ ਦੇਹੋ ਬਤਾਈ। ਮਾਈ ਜੀ ਸੰਗਤ ਬੜੀ ਵਿਹਬਲ ਹੈ, ਤੁਸੀਂ ਦੱਸ ਦਿਓ ਸਤਿਗੁਰੂ ਜੀ ਕਿੱਥੇ ਹਨ। ਬੈਨ ਕਾਇਓ ਨਹਿ ਪੈ ਕਰ ਕਹਿ। ਹੁਣ ਸਤਿਗੁਰਾਂ ਦੇ ਭੈ ਵਿੱਚ ਸਹਿਮ ਦੇ ਵਿੱਚ ਡਰੀ ਹੋਈ ਹੈ ਮਾਈ ਭਿਰਾਈ, ਕੋਈ ਜਵਾਬ ਨਹੀਂ ਦਿੱਤਾ, ਦੁਬਾਰਾ ਫਿਰ ਚੁੱਪ ਰਹੀ। ਸਭ ਹੂੰ ਮਿਲ ਬਾਤ ਵਿਚਾਰਨ ਠਾਨੀ। ਸਾਰੇ ਸਿੱਖਾਂ ਨੇ ਮਿਲ ਕੇ ਫਿਰ ਵਿਚਾਰ ਕੀਤੀ। ਸ਼੍ਰੀ ਗੁਰ ਅੰਗਦ ਕੀ ਬਰਜੀ। ਤੇ ਕਿ ਗੁਰੂ ਮਾਈ ਭਿਰਾਈ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮਾਤਾ ਨੂੰ ਵਰਜਿਆ।
ਮਾਈ ਨੂੰ ਵਰਜਿਆ ਹੋਇਆ ਵੀ ਆਪਣੇ ਬਾਰੇ ਨਾਂ ਦੱਸਣ ਨੂੰ ਕਿਹਾ ਹੋਣਾ। ਮਰਜੀ ਬਿਨ ਕਿਉਂ ਸੋ ਬਤਾਏ ਨਿਸ਼ਾਨੀ। ਸਤਿਗੁਰਾਂ ਦੀ ਮਰਜ਼ੀ ਬਿਨਾ ਹੁਣ ਮਾਈ ਕਿਵੇਂ ਸਤਿਗੁਰਾਂ ਦੀ ਨਿਸ਼ਾਨੀ ਦੱਸੇ ਵੀ ਕਿੱਥੇ ਨੇ। ਬੁੱਢੇ ਨੇ ਹਾਰਨ ਕੀਨ ਇਤੈ ਉਤ। ਬਾਬਾ ਬੁੱਢਾ ਸਾਹਿਬ ਜੀ ਨੇ ਸੱਜੇ ਖੱਬੇ ਨਿਗਾਹ ਮਾਰੀ, ਇਧਰ ਉਧਰ ਬਾਬਾ ਬੁੱਢਾ ਸਾਹਿਬ ਜੀ ਵੇਖਣ ਲੱਗੇ। ਕੋਠੜੀ ਦੇਖ ਚਾਹੂੰ ਦੇਸ਼ ਜਾਨੀ। ਵੇਖਿਆ ਚਾਰੇ ਪਾਸਿਓ ਜਿਹੜਾ ਕੋਠਾ ਸੀ ਨਾ ਉਹਦੇ ਚਾਰੇ ਪਾਸੇ ਬਾਬਾ ਜੀ ਫਿਰੇ, ਬਾਬਾ ਬੁੱਢਾ ਸਾਹਿਬ ਜੀ ਚਾਰੇ ਪਾਸੇ ਫਿਰ ਕੇ ਜਦੋਂ ਕੋਠੇ ਨੂੰ ਵੇਖਿਆ ਵੀ ਕੋਈ ਦਰਵਾਜ਼ਾ ਨਹੀਂ ਦਿਸਦਾ, ਦਰਵਾਜ਼ਾ ਚਿਣਿਆ ਹੋਇਆ ਹੈ। ਬੰਦ ਅਹੀ ਦਰ ਜਾਨਿਓ ਪਰੇ। ਇਹ ਦਰਵਾਜ਼ਾ ਵੀ ਚਿਣਿਆ, ਇਸ ਕੋਠੇ ਦਾ ਦਰਵਾਜ਼ਾ ਨਹੀਂ ਬਾਬਾ ਜੀ ਜਾਣ ਗਏ। ਗੁਰ ਹੋਏ ਤੋ ਹੋਏ ਤੇਰੇ ਇਸ ਥਾਨੀ। ਕਹਿੰਦੇ ਜੇ ਸਤਿਗੁਰੂ ਜੀ ਹੋਣ ਤਾਂ ਇੱਥੇ ਹੀ ਹੋਣਗੇ ਇਸ ਕੋਠੇ ਦੇ ਵਿੱਚ। ਫਿਰ ਮਿਲੇ ਸਭ ਸੋਨੇਰ ਨੇ ਕਰ। ਸਾਰਿਆਂ ਨਾਲ ਮਿਲ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਨਿਰਣਾ ਕੀਤਾ ਹੈ ਨਿਸਚੇ ਇਸ ਕੋਠੜੀ ਮਾਈ। ਕਿ ਸਤਿਗੁਰੂ ਜੀ ਇਸ ਕੋਠੜੀ ਦੇ ਵਿੱਚ ਹੀ ਨੇ, ਇਸੇ ਕੋਠੇ ਦੇ ਵਿੱਚ ਬਿਰਾਜਮਾਨ ਹਨ। ਬੰਧਨ ਠਾਨ ਪਾਨੀ ਬੇਨਤੀ ਮਮ। ਨਿਰਣਾ ਹੋ ਗਿਆ ਵੀ ਸਤਿਗੁਰੂ ਜੀ ਇੱਥੇ ਹੀ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਗਲ 'ਚ ਪੱਲੂ ਪਾਇਆ, ਹੱਥ ਜੋੜੇ ਔਰ ਉਸ ਕੋਠੀ ਦੇ ਸਨਮੁਖ ਖਲੋ ਕੇ ਜਿੰਨੀ ਸੰਗਤ ਸੀ ਨਾਲ ਸਭ ਨੂੰ ਨਾਲ ਲੈ ਕੇ ਅਰਦਾਸ ਕੀਤੀ, ਬੇਨਤੀ ਕੀਤੀ। ਨਾਮ ਬੋਡਾ ਲਖ ਆਇਓ ਏ ਆਹੀ। ਕਹਿਣ ਲੱਗੇ ਮਹਾਰਾਜ ਮੇਰਾ ਨਾਮ ਬੁੱਢਾ ਹੈ, ਮੈਂ ਤੁਹਾਨੂੰ ਇੱਥੇ ਜਾਣ ਕੇ ਚੱਲ ਕੇ ਆਇਆ ਵੀ ਤੁਸੀਂ ਇੱਥੇ ਹੀ ਬਿਰਾਜਮਾਨ ਹੋ। ਸ਼੍ਰੀ ਗੁਰੂ ਨਾਨਕ ਦੀਨ ਮੋਜੈ ਬਰ। ਧੰਨ ਗੁਰੂ ਨਾਨਕ ਸਾਹਿਬ ਨੇ ਮੇਰੇ ਤੇ ਬਖਸ਼ਿਸ਼ ਕੀਤੀ ਸੀ, ਵੱਡਿਆਂ ਸਤਿਗੁਰਾਂ ਨੇ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਇਹ ਵਰ ਦਿੱਤਾ ਸੀ। ਮੈਂ ਜੈ ਹੋਵੋ ਪਛਾਨੋ ਤਾਹੀ। ਕਿ ਬਾਬਾ ਬੁੱਢਾ ਜੀ ਮੈਂ ਜਿੱਥੇ ਹੋਵਾਂਗਾ ਤੁਸੀਂ ਮੈਨੂੰ ਪਛਾਣ ਲਵੋਗੇ, ਮੈਂ ਤੁਹਾਡੀਆਂ ਅੱਖਾਂ ਤੋਂ ਓਲੇ ਨਾ ਹੋਸਾਂ, ਇਹ ਵਰ ਮੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਸੀ। ਸੰਗਤ ਮੇਰੀ ਸਦੀਵ ਕਰੋ। ਤੁਸੀਂ ਮੇਰੀ ਨਿਤ ਸਦੀਵ ਹੀ ਸੰਗਤ ਕਰੋਗੇ। ਜੇਈ ਰੂਪ ਤਾਰੋ ਗੁਪਤੈ ਤੁਵ ਨਾਈ। ਮੈਂ ਜਿਹੜਾ ਰੂਪ ਧਾਰਨ ਕਰਕੇ ਆਵਾਂਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਪਤ ਨਹੀਂ ਹੋਵਾਂਗਾ, ਤੁਹਾਡੇ ਸਾਹਮਣੇ ਪ੍ਰਤੱਖ ਹੀ ਹੋਵਾਂਗਾ। ਜਿਸ ਵੀ ਰੂਪ ਨੂੰ ਧਾਰਾਂ, ਜਿਸ ਵੀ ਰੂਪ ਦੇ ਵਿੱਚ ਵਿਚਰਾਂਗਾ ਉਹ ਤੁਹਾਡੇ ਤੋਂ ਗੁਪਤ ਨਹੀਂ ਹੋਵੇਗਾ। ਆਪੇ ਆਲੋਪ ਪਾਏ ਜਬ ਤੇ। ਏ ਗੁਰੂ ਅੰਗਦ ਸਾਹਿਬ ਆਪ ਜੀ ਜਦੋਂ ਦੇ ਆਲੋਪ ਹੋ ਕੇ ਇੱਥੇ ਗੁਪਤ ਹੋਏ ਹੋ, ਤਬ ਤੇ ਬਹੁ ਵਿਆਕੁਲ ਦੇਖ ਬਿਨਾ। ਮਹਾਰਾਜ ਜੀ ਸਾਰੀ ਸੰਗਤ ਆਪ ਜੀ ਦੇ ਦਰਸ਼ਨ ਕੀਤੇ ਬਿਨਾ ਬੇਬਲ ਹੈ, ਸਾਰੀ ਸੰਗਤ ਇਸ ਵੇਲੇ ਵਿਆਕੁਲ ਹੈ। ਆਨ ਪਾਏ ਤੁਮ ਗੋਪ ਏਹਾ। ਏ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਹਨ, ਆਪ ਜੀ ਇਸ ਜਗ੍ਹਾ ਤੇ ਆ ਕੇ ਗੁਪਤ ਹੋ ਗਏ ਹੋ। ਕਿਤ ਸੰਗਤ ਜਾਏ ਆਤੀਰ ਮਨਾ। ਮਹਾਰਾਜ ਸੰਗਤ ਕਿੱਥੇ ਜਾਵੇ, ਇਸ ਵੇਲੇ ਸੰਗਤ ਦੇ ਹਿਰਦੇ 'ਚ ਧੀਰਜ ਨਹੀਂ ਹੈ। ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾ ਸੰਗਤ ਨੂੰ ਕਿਵੇਂ ਧੀਰਜ ਆਵੇ। ਖੋਜ ਫੇਰੇ ਬਹੁ ਚਿੰਤ ਕਰੇ। ਮਹਾਰਾਜ ਸਭ ਨਗਰਾਂ ਵਿੱਚ ਸੰਗਤ ਨੇ ਖੋਜਿਆ ਹੈ, ਲੱਭਿਆ ਹੈ, ਆਪ ਜੀ ਦੇ ਦਰਸ਼ਨ ਕਰਨ ਦੀ ਕਾਂਖਾ ਰੱਖ ਕੇ ਸਭ ਦੇ ਮਨ ਚਿੰਤਤ ਹਨ। ਨੈ ਦੇਖਤ ਪਏ ਕਿਸ ਥਾਨ ਜਨਾ। ਮਹਾਰਾਜ ਕਿਸੇ ਥਾਂ ਤੇ ਵੀ ਆਪ ਜੀ ਨਜ਼ਰ ਨਹੀਂ ਆਏ, ਬਹੁਤ ਨਗਰਾਂ ਵਿੱਚ ਭਾਲ ਕੀਤੀ ਹੈ ਸੰਗਤ ਨੇ। ਆਵੋ ਬਾਹਿਰ ਰੂਪ ਦੇਖਾਵੋ। ਮਹਾਰਾਜ ਜੀ ਆਓ ਬਾਹਰ ਆ ਕੇ ਆਪਣੀ ਸੰਗਤ ਨੂੰ ਦਰਸ਼ਨ ਦਿਓ, ਆਪਣੇ ਦਿਦਾਰੇ ਬਖਸ਼ੋ ਮਹਾਰਾਜ ਜੀ। ਸੇਵੇਂ ਸਿੱਖ ਆਨੰਦ ਕਨਾ। ਇਹ ਸਿੱਖ ਆਪ ਜੀ ਨੂੰ ਸੇਵਣ, ਆਪ ਜੀ ਦੇ ਦਰਸ਼ਨ ਕਰਨ ਤੇ ਇਹਨਾਂ ਦੇ ਹਿਰਦਿਆਂ 'ਚ ਘਣਾ ਆਨੰਦ ਵਰਤ ਜਾਵੇ। ਯੋਂ ਕਹਿ ਬੁੱਢੇ ਨੇ ਆਪਣੇ ਹਾਥ। ਕਹਿੰਦੇ ਇਉਂ ਕਹਿ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਉਖਾਰ ਚਿਨਿਓ ਦਰ ਖੋਲਨ ਕੀਨਾ। ਜਿਹੜਾ ਦਰਵਾਜ਼ਾ ਚਿਣਿਆ ਸੀ ਨਾ ਮਾਈ ਭਰਾਈ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਉਹ ਦਰਵਾਜ਼ਾ ਜਿਹੜਾ ਸੀ ਉਖਾੜਿਆ,
ਔਰ ਉਹ ਦਰਵਾਜ਼ਾ ਖੋਲਿਆ। ਬੈਠੇ ਸਮਾਦ ਆਗਾਦ ਕਰੇ। ਜਦੋਂ ਅੰਦਰ ਗਏ ਬਾਬਾ ਬੁੱਢਾ ਸਾਹਿਬ ਜੀ ਕੀ ਵੇਖਿਆ? ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਅਗਾਧ ਬੋਧ ਸਮਾਧੀ ਦੇ ਵਿੱਚ ਸਥਿਤ ਹੋ ਕੇ ਬੈਠੇ ਹਨ। ਕਵਲਾਸ ਕੇ ਉੱਪਰ ਸ਼ੰਭੂ ਆਸੀਨਾ। ਕਹਿੰਦੇ ਜਦੋਂ ਸਮਾਧੀ ਦੀ ਗੱਲ ਹੁੰਦੀ ਤੇ ਸ਼ਿਵ ਜੀ ਦੀ ਸਮਾਧੀ ਬੜੀ ਲੰਮੀ ਕਹੀ ਜਾਂਦੀ। ਕੈਲਾਸ਼ ਪਰਬਤ ਦੇ ਬੈਠੇ ਸ਼ਿਵ ਜੀ ਭਗਵਾਨ ਜਿਵੇਂ ਲੰਮੀ ਸਮਾਧੀ 'ਚ ਬੈਠਦੇ ਐ, ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਐਸੀ ਅਗਾਧ ਸਮਾਧੀ ਦੇ ਵਿੱਚ ਸਥਿਤ ਹੋ ਕੇ ਬੈਠੇ ਹਨ। ਸ਼ਾਂਤ ਬ੍ਰਿਤੀ ਸਮੁਦਾਇ ਰਖੀਕ। ਐਨ ਸ਼ਾਂਤ ਬਿਰਤੀ ਵਿੱਚ ਮਹਾਰਾਜ ਸਰੀਰ ਦੀਆਂ ਜਿਤਨੀਆਂ ਇੰਦਰੀਆਂ ਹਨ ਬਿਲਕੁਲ ਨਿਸ਼ਚਲ ਤੇ ਅਡੋਲ ਹਨ। ਆਚੰਚਲ ਹੈ ਇੱਕ ਰੂਪ ਬਲੀਨਾ। ਇੱਕ ਆਪਣੇ ਹੀ ਨਿਜ ਰੂਪ ਵਿੱਚ ਜੋ ਮੇਰੇ ਸਤਿਗੁਰਾਂ ਦਾ ਆਪਣਾ ਨਿਜ ਰੂਪ ਹੈ, ਉਸ ਰੂਪ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਵਲੀਨ ਹੋਏ ਬੈਠੇ ਹਨ। ਹੀਰ ਸਭੇ ਕਾਰ ਜੋਰ ਖਰੇ। ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਹੋਰ ਵੀ ਕੁਝ ਸਿੱਖ ਆ ਗਏ ਅੰਦਰ। ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਭ ਹੱਥ ਜੋੜ ਕੇ ਖਲੋ ਗਏ। ਅਭਿਬੰਦਨ ਠਾਨੇ ਹੋਏ ਪਰਸੀਨਾ। ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਦੇ, ਨਾਲੇ ਪ੍ਰਸੰਨ ਹੁੰਦੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਕੇ। ਨਾਹੀ ਸਮਾਦ ਆਗਾਦ ਛੋਟੀ। ਸਤਿਗੁਰੂ ਜੀ ਅਡੋਲ ਸਮਾਧੀ 'ਚ ਹੀ ਬੈਠੇ ਰਹੇ। ਸਿੱਖ ਖੜੇ ਨੇ ਸਨਮੁਖ, ਪਰ ਮਹਾਰਾਜ ਜੀ ਦੀ ਸਮਾਧੀ ਹਾਲੇ ਨਹੀਂ ਖੁੱਲੀ। ਪੁਨ ਮਾਈ ਪਿਰਾਈ ਕੇ ਸਾਥ ਕਹੀਂ। ਮਾਈ ਭਰਾਈ ਨੂੰ ਆ ਕੇ ਸਿੱਖ ਕਹਿੰਦੇ ਹਨ, ਆਪ ਕਹੋ ਜਿਮ ਬਾਹਰ ਆਵੇਂ। ਕਹਿੰਦੇ ਮਾਈ ਜੀ ਤੁਸੀਂ ਬੇਨਤੀ ਕਰੋ ਸਤਿਗੁਰਾਂ ਨੂੰ ਕਿ ਸਤਿਗੁਰੂ ਸਮਾਧੀ ਚੋਂ ਬਾਹਰ ਆਉਣ ਤੇ ਦਰਸ਼ਨ ਦੇਣ। ਦੀਨ ਦਿਆਲ ਕੀ ਬਾਣ ਆਹੇ। ਕਿਉਂਕਿ ਸਤਿਗੁਰਾਂ ਦੀ ਬਾਣ ਹੈ, ਸਤਿਗੁਰਾਂ ਦਾ ਸੁਭਾਅ ਹੈ ਕਿ ਸਤਿਗੁਰੂ ਜੀ ਦੀਨਾਂ ਤੇ ਤਰਸ ਕਰਦੇ ਐ, ਦੀਨਾਂ ਤੇ ਦਇਆ ਕਰਦੇ ਆ। ਜਿਹੜਾ ਗਰੀਬ ਨਿਮਾਣਾ ਬਣ ਕੇ ਸ਼ਰਨ ਆਵੇ। ਕੀਨ ਸਭੇ ਬਿਨਤੀ ਕਰ ਜੋਰ। ਜਦੋਂ ਸਾਰੀ ਸੰਗਤ ਨੇ ਹੱਥ ਜੋੜ ਕੇ ਮਾਈ ਭਰਾਈ ਨੂੰ ਬੇਨਤੀ ਕੀਤੀ, ਕਰੋ ਕਰੋ ਨਾ ਗਨ ਸਿੱਖ ਚਾਹੇ। ਤੇ ਮਾਈ ਨੇ ਵੀ ਫਿਰ ਹੱਥ ਜੋੜੇ ਤੇ ਬੇਨਤੀ ਕੀਤੀ, ਆਖਿਆ ਹੇ ਗਰੀਬ ਨਵਾਜ ਦਇਆਨਿਧ ਸਾਹਿਬ ਕਿਰਪਾ ਕਰੋ, ਕਰਨਾ ਕਰੋ। ਆਪ ਜੀ ਦੇ ਸਾਰੇ ਸਿੱਖ ਚਾਹੁੰਦੇ ਹਨ ਬੈਠ ਸਿੰਘਾਸਨ ਜੋ ਕਮਲਾਸਨ। ਆਪ ਜੀ ਸੋਹਣੇ ਸਿੰਘਾਸਣ ਦੇ ਉੱਤੇ ਸੱਜ ਕੇ ਆਪਣਿਆਂ ਸਿੱਖਾਂ ਨੂੰ ਦਰਸ਼ਨ ਦੇ ਕੇ ਕਰਤਾਰਥ ਕਰੋ। ਦੇਹੋ ਦੀਦਾਰ ਕਲੂਕ ਦਾਹੀ। ਮਹਾਰਾਜ ਆਪ ਜੀ ਆਪਣੇ ਦੀਦਾਰ ਬਖਸ਼ੋ ਸੰਗਤ ਨੂੰ। ਜਿਹੜਾ ਤੁਹਾਡੇ ਦਰਸ਼ਨ ਕਰੇ ਉਹਦੇ ਸਾਰੇ ਕਲੂਖ, ਉਹਦੇ ਸਾਰੇ ਪਾਪ ਕੱਟੇ ਜਾਣਗੇ। ਦਾਸ ਉਦਾਰਨ ਕੋ ਇਸ ਕਾਰਨ। ਦਾਸਾਂ ਦਾ ਉਧਾਰ ਕਰਨੇ ਵਾਸਤੇ, ਜੀਵਾਂ ਦੇ ਪਾਰ ਉਤਾਰਾ ਕਰਨੇ ਵਾਸਤੇ ਆਪ ਗੁਰੂ ਨੇ ਦਈ ਗੁਰ ਗਾਦੀ। ਖੁਦ ਗੁਰੂ ਨਾਨਕ ਸਾਹਿਬ ਨੇ ਆਪ ਜੀ ਨੂੰ ਗੁਰਗੱਦੀ ਦਿੱਤੀ ਹੈ। ਦਾਸਾਂ ਦੇ ਉਧਾਰਨੇ ਵਾਸਤੇ, ਜੀਵਾਂ ਦੇ ਪਾਰ ਉਤਾਰਨੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਜੀ ਨੂੰ ਗੁਰਗੱਦੀ ਦਿੱਤੀ ਹੈ। ਸੋ ਅਬ ਕਾਰਜ ਕਿਉਂ ਨਾ ਕਰੋ। ਮਹਾਰਾਜ ਜੀ ਹੁਣ ਉਹ ਕਾਰਜ ਕਿਉਂ ਨਹੀਂ ਕਰਦੇ ਆਪ ਜੀ, ਜਿਸ ਕਾਰਜ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਪ ਜੀ ਨੂੰ ਗੁਰਿਆਈ ਦਿੱਤੀ ਹੈ। ਪਰਮਾਰਥ ਕੇ ਹਿਤ ਸਿੱਖ ਆਬਾਦੀ। ਮਹਾਰਾਜ ਪਰਮਾਰਥ ਕੇ ਵਾਸਤੇ ਆਪਣੇ ਸਿੱਖਾਂ ਨੂੰ ਆਬਾਦ ਕਰੋ, ਆਪਣੇ ਸਿੱਖਾਂ ਦੇ ਅੰਦਰ ਵਾਧਾ ਕਰੋ। ਦਾਸਨ ਕੋ ਉਪਦੇਸ਼ ਬਤਾਵੋ। ਆਪਣਿਆਂ ਦਾਸਾਂ ਨੂੰ, ਆਪਣਿਆਂ ਸੇਵਕਾਂ ਨੂੰ ਆਪਣਾ ਪਾਵਨ ਉਪਦੇਸ਼ ਬਖਸ਼ ਕੇ ਨਿਵਾਜੋ। ਨਾਮ ਜਪਾਵੋ ਜੇ ਪਰਮਾਦੀ। ਜਿਹੜਾ ਪਰਮ ਆਨੰਦ ਨੂੰ ਬਖਸ਼ਿਸ਼ ਕਰਨੇ ਵਾਲਾ ਪਾਵਨ ਨਾਮ ਹੈ, ਉਹ ਨਾਮ ਆਪਣਿਆਂ ਦਾਸਾਂ ਨੂੰ ਜਪਾਓ। ਮਹਾਰਾਜ ਆਪਣਿਆਂ ਸੇਵਕਾਂ ਨੂੰ ਉਹ ਪਾਵਨ ਨਾਮ ਜਪਾਓ ਜੋ ਸਭ ਦੀ ਪਰਮ ਆਦ ਹੈ, ਸ੍ਰੇਸ਼ਟ ਆਦ ਹੈ। ਸੰਗਤ ਬ੍ਰਿੰਦ ਕੀ ਪੰਗਤ ਮੈਂ। ਜਿਹੜੇ ਜੀਵ ਪਰਮਾਦੀ ਦਾ ਮਤਲਬ ਹੁੰਦਾ ਭੁੱਲੇ ਹੋਏ ਨੇ ਹਰੀ ਨਾਮ ਨੂੰ, ਮਹਾਰਾਜ ਉਹਨਾਂ ਨੂੰ ਨਾਮ ਜਪਾਓ, ਉਹਨਾਂ ਨੂੰ ਨਾਮ ਚੇਤੇ ਕਰਾਓ। ਗਰੀਬ ਨਵਾਜ
ਇਹ ਸਾਰੀ ਸੰਗਤ ਦੀ ਪੰਗਤ ਵਿੱਚ ਆ ਕੇ ਆਪ ਜੀ ਥਿਤ ਹੋਵੋ। ਤਿਤ ਹੋਏ ਕਰੀਜੇ ਮੰਗਲ ਸ਼ਾਦੀ। ਸੰਗਤ ਵਿੱਚ ਸਥਿਤ ਹੋ ਕੇ ਸੰਗਤ ਵਿੱਚ ਬੈਠ ਕੇ ਸਭ ਨੂੰ ਦਰਸ਼ਨ ਦੇ ਕੇ ਸਾਰੀ ਸੰਗਤ ਦੇ ਹਿਰਦੇ 'ਚ ਮੰਗਲ ਸ਼ਾਦੀ ਆਨੰਦ ਤੇ ਖੇੜਾ ਪੈਦਾ ਕਰੋ ਗੁਰੂ ਅੰਗਦ ਸਾਹਿਬ ਜੀ। ਦਾਸਨ ਕੀ ਬੇਨਤੀ ਸੁਨ ਕੇ। ਜਦੋਂ ਮਾਈ ਭਰਾਈ ਨੇ ਵੀ ਬੇਨਤੀ ਕੀਤੀ, ਸਤਿਗੁਰਾਂ ਦੇ ਦਾਸ ਸੇਵਾਦਾਰ ਬਾਬਾ ਬੁੱਢਾ ਸਾਹਿਬ ਜੀ ਸਭ ਨੇ ਜਦੋਂ ਏਦਾਂ ਬੇਨਤੀਆਂ ਕੀਤੀਆਂ, ਗਿਣਤੀ ਤਜ ਆਨ ਸੋ ਬਾਹਰ ਆਏ। ਸਭ ਗਿਣਤੀਆਂ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨੇਤਰ ਕਮਲ ਖੋਲੇ ਹਨ, ਸਮਾਧੀ ਚੋਂ ਬਾਹਰ ਆਏ, ਕੋਠੇ ਚੋਂ ਉੱਠ ਕੇ ਬਾਹਰ ਆਏ ਸੰਗਤ ਵਿੱਚ। ਪੀਤ ਹੈ ਰੰਗ ਸੋ ਦੂਬਰੇ ਅੰਗ। ਖਾਲਸਾ ਜੀ ਆਸਾ ਕਾਰਾ ਨਵ ਨਿਸ਼ਾਨੀ, ਜਿਨ੍ਹਾਂ ਅੰਦਰ ਬਿਰਹਾ ਤੁਰ ਦੀ ਅਵਸਥਾ ਹੁੰਦੀ, ਉਹਨਾਂ ਦੀਆਂ 9 ਨਿਸ਼ਾਨੀਆਂ ਦੱਸੀਆਂ ਮਹਾਂਪੁਰਸ਼ਾਂ ਨੇ। ਪਹਿਲੀ ਨਿਸ਼ਾਨੀ ਉਹਨਾਂ ਦਾ ਬਿਰਹਾ ਦੇ ਵਿੱਚ ਚਿਹਰਾ ਪੀਲਾ ਪੈ ਜਾਂਦਾ ਹੈ। ਦੂਸਰੀ ਨਿਸ਼ਾਨੀ ਤਿਨਾਂ ਨੂੰ ਨੀਂਦ ਨਹੀਂ ਆਉਂਦੀ। ਤੀਸਰੀ ਤਿਨਾਂ ਨੂੰ ਭੁੱਖ ਨਹੀਂ ਵਿਆਪਦੀ, ਕੁਝ ਨਹੀਂ ਭਾਉਂਦਾ, ਨਾ ਬੋਲਣਾ ਨਾ ਸੁਣਨਾ, ਆਪਣੇ ਮਾਲਕ ਦੇ ਬਿਰਹਾ ਦੇ ਰੰਗ ਵਿੱਚ ਰੰਗੇ ਹੋਏ ਸਦਾ ਉਹਨੂੰ ਹੀ ਲੋੜਦੇ ਆ ਵੀ ਉਹਦੇ ਦਰਸ਼ਨ ਹੋ ਜਾਣ। ਮੈਰੋਵੰਦੀ ਸਭ ਜਗ ਰੁੰਨਾ, ਰੁੰਨੜੇ ਬਣੋ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰਹੋਂ ਵਿਛੋੜੀ। ਇਹੋ ਜੀ ਬਿਰਹਾ ਤੁਰ ਅਵਸਥਾ ਵਿੱਚ ਗੁਰੂ ਅੰਗਦ ਦੇਵ ਸਾਹਿਬ ਦਾ ਚਿਹਰਾ ਪੀਲਾ ਪਿਆ ਹੋਇਆ। 6 ਮਹੀਨਿਆਂ ਤੋਂ ਬੈਠੇ ਐ, ਜਲ ਪਾਣੀ ਭੋਜਨ ਨਹੀਂ ਗ੍ਰਹਿਣ ਕੀਤਾ। ਗੁਰਦੇਵ ਦਾ ਚਿਹਰਾ ਪੀਤ ਹੈ ਰੰਗ ਸੋ ਦੂਬਰੇ ਅੰਗ, ਚਿਹਰਾ ਪੀਲਾ ਹੈ, ਸਰੀਰ ਦੇ ਅੰਗ ਬਿਲਕੁਲ ਕਮਜ਼ੋਰ ਹੋ ਗਏ ਹਨ। ਜਦੋਂ 6 ਮਹੀਨਿਆਂ ਤੋਂ ਕੁਝ ਛਕਿਆ ਹੀ ਨਹੀਂ, ਸਮਾਧੀ 'ਚ ਬੈਠੇ ਹਨ। ਸੁਭਾਵਕ ਸੀ ਸਰੀਰ ਦਾ ਸਥਿਲ ਹੋਣਾ, ਸਰੀਰ ਦੇ ਅੰਗ ਦੂਬਰੇ ਕਮਜ਼ੋਰ ਹੋ ਗਏ ਹਨ। ਉਮੰਗ ਮਹਾ ਗੁਰ ਜਿਉ ਦਰਸਾਏ। ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਇੱਕੋ ਮੰਗ ਹੈ ਕਿ ਮੈਨੂੰ ਮੇਰੇ ਸਾਹਿਬ ਦੇ ਦਰਸ਼ਨ ਹੋਣ, ਧੰਨ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਣ। ਜਦੋਂ ਕਦੇ ਕਿਤੇ ਤਿਨਾਂ ਦੇ ਸਨਮੁਖ ਹੱਥ ਜੋੜ ਕੇ ਕਿਹਾ ਸੀ, ਕਿਸ ਹੀ ਕੋਈ ਕੋਏ ਮਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚਿਤ ਨਾ ਆਵਹੀ। ਅੱਜ ਉਹ ਜਦੋਂ ਦਰਸ਼ਨ ਨਹੀਂ ਪੇ ਦਿੰਦੇ ਤੇ ਉਸ ਬਿਰਹਾ ਦੀ ਵੇਦਨ ਵਿੱਚ ਇਹੋ ਜੀ ਹਾਲਤ ਹੈ। ਦੇਖਤ ਪੇ ਤਿਨ ਦਾਸਨ ਕੋ। ਮਹਾਰਾਜ ਜੀ ਬਾਹਰ ਆਏ, ਵੇਖਿਆ ਵੀ ਇਹ ਸਭ ਉਹੀ ਸੇਵਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸੇਵਾ 'ਚ ਹਾਜ਼ਰ ਸਨ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼, ਭਾਈ ਭਗੀਰਥ ਜੀ ਵਰਗੇ, ਭਾਈ ਸਧਾਰਨ ਜੀ ਵਰਗੇ ਮਹਾਤਮਾ, ਵੀ ਇਹ ਸਭ ਉਹੀ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸਨ। ਗੁਰੂ ਨਾਨਕ ਪਾਸ ਜੋਥੇ ਸਮੁੰਦਾਏ। ਕਰਤਾਰਪੁਰ ਸਾਹਿਬ ਇਹ ਸਾਰੇ ਸੇਵਕ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸਨ। ਪ੍ਰੇਮ ਪਰਵਾਹ ਬਦਿਓ ਔਰ ਮੈਂ। ਆਪਣੇ ਪਿਆਰੇ ਦੇ ਸੇਵਕਾਂ ਨੂੰ ਜਦੋਂ ਵੇਖਿਆ ਨਾ ਵੀ ਮੇਰੇ ਸਾਹਿਬ ਦੇ ਸੇਵਕ ਨੇ, ਵੇਖਦਿਆਂ ਹਿਰਦੇ 'ਚ ਪ੍ਰੇਮ ਹੋਰ ਉਛਲ ਕੇ ਉਛਲਿਆ, ਪ੍ਰੇਮ ਹੋਰ ਵਧਿਆ। ਜਿਵੇਂ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ ਨਾ, ਚੰਨ ਨੂੰ ਵੇਖ ਕੇ ਉਛਲਦਾ ਸਮੁੰਦਰ, ਇਉਂ ਆਪਣੇ ਸਾਹਿਬ ਦੇ ਸੇਵਕਾਂ ਨੂੰ ਵੇਖ ਕੇ ਹਿਰਦੇ 'ਚ ਪ੍ਰੇਮ ਨੇ ਉਛਾਲ ਮਾਰੀ ਹੈ। ਹਾਂਜੀ, ਉਚਰਿਓ ਤਬ ਇੱਕ ਸ਼ਲੋਕ ਬਨਾਏ। ਉਹ ਪ੍ਰੇਮ ਗੁਰੂ ਅੰਗਦ ਦੇਵ ਸਾਹਿਬ ਦੀ ਰਸਨਾ ਤੋਂ ਇੱਕ ਸ਼ਲੋਕ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਹਿਰਦੇ ਦਾ ਜਿਹੜਾ ਪ੍ਰੇਮ ਉਛਲਿਆ, ਉਹ ਪ੍ਰੇਮ ਗੁਰੂ ਅੰਗਦ ਸਾਹਿਬ ਦੇ ਪਾਵਨ ਸ਼ਲੋਕ ਦੁਆਰਾ ਮਹਾਰਾਜ ਜੀ ਦੀ ਰਸਨਾ ਤੋਂ ਪ੍ਰਗਟ ਹੋਇਆ। ਸੁਣੋ ਜੀ। ਸ਼੍ਰੀ ਮੁਖ ਵਾਕ ਮਹੱਲਾ ਦੂਜਾ। ਜਿਸ ਪਿਆਰੇ ਸਿਉਨੇਓ ਤਿਸ ਆਗੇ ਮਰ ਚੱਲੀਏ। ਪ੍ਰੇਮ ਦਾ ਸਿਖਰ ਹੈ ਇਹ ਸ਼ਬਦ, ਇਹ ਸ਼ਲੋਕ, ਪ੍ਰੇਮ ਦਾ ਸਿਖਰ। ਤੇ ਪ੍ਰੇਮ ਦੇ ਸਿਖਰ ਤੇ ਪਹੁੰਚ ਕੇ ਗੁਰੂ ਅੰਗਦ ਸਾਹਿਬ ਜੀ ਉਚਾਰ ਰਹੇ ਨੇ ਮਹੱਲਾ ਦੂਜਾ, ਦੂਸਰੇ ਪਾਤਸ਼ਾਹ। ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਨਾਲ ਨੇ ਹੋਵੇ ਨਾ, ਨੇ ਪ੍ਰੇਮ, ਨਿਉ ਕਹਿੰਦੇ ਆ ਪ੍ਰੇਮ ਨੂੰ। ਆਹ ਨਿਉ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪੇ ਵਹਿੰਦੇ, ਉਹ ਨਿਉ ਪ੍ਰੇਮ, ਸੱਚਾ ਨਿਉ।
ਕਹਿੰਦੇ ਜਿਸ ਪਿਆਰੇ ਨਾਲ ਨੇਹ ਹੋਵੇ ਨਾ ਉਹਦੇ ਤੋਂ ਪਹਿਲਾਂ ਮਰ ਜਾਣਾ ਚਾਹੀਦਾ ਹੈ, ਸਰੀਰ ਤਿਆਗ ਦੇਣਾ ਚਾਹੀਦਾ ਆਪਣੇ ਪਿਆਰੇ ਤੋਂ ਪਹਿਲਾਂ। ਨੇਹ ਨਾ ਟੁੱਟੇ, ਜਿਸ ਪਿਆਰੇ ਨਾਲ ਨੇਹ ਹੋਵੇ ਕਹਿੰਦੇ ਉਸ ਪਿਆਰੇ ਤੋਂ ਪਹਿਲਾਂ ਮਰ ਜਾਣਾ ਚਾਹੀਦਾ ਹੈ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਕਹਿੰਦੇ ਆਪਣੇ ਪਿਆਰੇ ਤੋਂ ਬਾਅਦ ਜੀਵਣਾ ਇਹ ਸੰਸਾਰ ਵਿੱਚ ਤ੍ਰਿਗ ਹੈ। ਆਪਣੇ ਮਾਲਕ ਤੋਂ, ਆਪਣੇ ਜਿਹਦੇ ਨਾਲ ਨੇਹ ਹੋਵੇ ਉਹਦੇ ਤੋਂ ਤਾਂ ਪਹਿਲਾਂ ਮਰ ਜਾਈਏ, ਤੇ ਉਹਦੇ ਤੋਂ ਪਿੱਛੇ ਜੇ ਜੀਵਣਾ ਪਵੇ ਤੇ ਫਿਰ ਉਹ ਜੀਵਣਾ ਤ੍ਰਿਗ ਹੀ ਹੈ। ਇਹ ਪ੍ਰੇਮ ਦੀ ਖੇਡ ਹੈ ਖਾਲਸਾ ਜੀ। ਆਪਣੇ ਇਹੀ ਪੰਕਤੀ ਗੁਰੂ ਕੇ ਲਾਲਾਂ ਦੇ ਹਿਰਦਿਆਂ 'ਚ ਵਸਦੀ ਰਹੀ ਕਿ ਜਿਹਦੇ ਨਾਲ ਪਿਆਰ ਹੈ ਉਹਦੇ ਤੋਂ ਪਹਿਲਾਂ ਆਪਣਾ ਆਪਾ ਕੁਰਬਾਨ ਕਰ ਦਈਏ। ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਦੇ ਤੋਂ ਬਾਅਦ ਜੀਵਣਾ ਤ੍ਰਿਗ ਹੈ। ਇਹ ਪ੍ਰੇਮ ਦੀ ਖੇਡ ਦੇ ਬਚਨ ਨੇ ਗੁਰੂ ਖਾਲਸਾ ਜੀ। ਜਿਸ ਪਿਆਰੇ ਸਿਉ ਨੇਹ ਹੋ, 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 ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੈ ਮਰ ਚੱਲੀਐ, ਤਿਸ ਆਗੈ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, 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 ਤ੍ਰਿਗ ਜੀਵਨ ਸੰਸਾਰ। ਤਾਂ ਕੈ ਪਾਛੈ ਜੀਵਣਾ, 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 ਤਾਂ ਕੈ ਪਾਛੈ ਜੀਵਣਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 हे अच्युत हे पार ब्रह्म हे पूरन हे सर्वमय हे संगी हे निरंकार हे गोविंद हे गुण निधान हे अपरंपर हर हरे हे संतह कै सदा संग हे ठाकुर हों दासरो नानक दीजै नाम दान आए प्रभ शरणागति एक अखर हर मन बस्त नानक होत निहाल वाहिगुरु नाम जहाज है चढ़े सो तेरे पार जो शरदा कर सेवंदे और पारे उतार निहार वाहिगुरु नाम जहाज है चढ़े सो तेरे पार जो शरदा कर सेवंदे और पारे उतार निहार वाहिगुरु जी का खालसा वाहिगुरु जी की फतेह।
ਸ਼੍ਰੀ ਵਾਹਿਗੁਰੂ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। तो मैं आया शरणी आया भरोसे आया कृपा आया जो भावे त्यों राखो स्वामी मार्ग गुरें पठाया गुरें पठाया। निमाणिया के मान मिताणिया के ताण मैं ओटिया की ओर ने आसरिया का आसरा। तृष्णा बुझे हर के नाम तृष्णा बुझे हर के नाम। तृष्णा बुझे हर के नाम तृष्णा बुझे हर के नाम। महासंतोख होवे गुर बचनी महासंतोख होवे गुर बचनी। प्रभ स्यों लागे पूरन प्रभ स्यों लागे पूरन ध्यान तृष्णा बुझे हर के नाम तृष्णा बुझे हर के नाम। संतोख होवे गुर बचनी महासंतोख होवे गुर बचनी। प्रभ स्यों लागे पूरन ध्यान प्रभ स्यों लागे पूरन
महाकलोल बुझे माया के महाकलोल बुझे माया के कर कृपा